श्री वाहिगुरु साहिब जी। मरण न मूरत पुछिया, पुछी थित नवा। इक ने लद्या इक लद चले, इक ना बदी पा। इक ना होई सागदी, इक ना होई साध। लश्कर सने दमामिया, छूटे बंकदवा। नानक टेरी चार की, पी फिर होई चार। वेण पुछिया, ही ले जाए। वेण पुछिया, ही ले जाए। वेण पुछिया, ही ले जाए। राज न कोई जीविया, राज न कोई जीविया। पहुँच न चलिया कोई। पहुँच न चलिया कोई। पहुँच न चले
कोय विन पुछया ही ले जाए ही ले जाए ज्ञानी जीवै सदा सदा ज्ञानी जीवै सदा सदा सुरती ही पत होए सुर सुरती ही पत होए 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 बिन पुछया ही ले जाए बिन पुछया ही ले सरफे सरफे सदा सदा सरफे सरफे सदा सदा एवे गई बिहाए एवे एवे
ਨਾਨਕ ਕਿਸ ਨੂੰ ਆਖੀਐ। ਨਾਨਕ ਕਿਸ ਨੂੰ ਆਖੀਐ। ਬਿਨ ਪੁੱਛਿਆ ਹੀ ਲੈ ਜਾਏ। ਬਿਨ ਬਿਨ ਪੁੱਛਿਆ ਹੀ ਲੈ ਜਾਏ। ਬਿਨ ਪੁੱਛਿਆ ਹੀ ਲੈ ਜਾਏ। ਬਿਨ ਪੁੱਛਿਆ ਜਾਏ। ਬਿਨ ਪੁੱਛਿਆ ਹੀ ਲੈ ਜਾਏ। ਨਾਨਕ ਕਿਸ ਨੂੰ ਆਖੀਐ। ਨਾਨਕ ਨਾਨਕ ਕਿਸ ਨੂੰ ਆਖੀਐ। ਨਾਨਕ ਆਖੀਐ। ਬਿਨ ਪੁੱਛਿਆ ਹੀ ਲੈ ਜਾਏ। 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 ਵਾਹਿਗੁਰੂ। ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਔਰ ਨਿਵਾਜੀ ਸਤਿਗੁਰ ਜੀ ਦਾ ਖਾਸ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਜਿੰਨੀ ਵੀ ਸੰਗਤ ਸਰਵਰੇ ਕਾਇਨਾਤ ਵਾਲੀ ਦੋ ਜਹਾਨ ਸਮੁੱਚੀ ਮਨੁੱਖਤਾ ਦੇ ਅਵਤਾਰ, ਧਾਰਮਿਕ ਗ੍ਰੰਥਾਂ ਦੇ ਸੁਆਮੀ, ਜੁਗੋ ਜੁਗ ਅਟਲ ਸ਼ਬਦ ਗੁਰ ਪੀਰਾ, ਗਹਿਰ ਗੰਭੀਰਾ, ਕੋਟ ਬ੍ਰਹਮੰਡਾਂ ਦੇ ਦਾਤੇ, 10 ਪਾਤਸ਼ਾਹੀ ਜੋਤ, ਜ਼ਾਹਰਾਂ ਜੂਰ, ਹਾਜ਼ਰਾਂ ਹਜ਼ੂਰ, ਸਰਬ ਕਲਾ ਭਰਪੂਰ, ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਸੁਭਾਏਮਾਨ ਜੁੜ ਬੈਠੀ ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜੀ ਫਤਿਹ ਦੀ ਸਾਂਝ ਪਾਓ, ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਦੇ ਪਾਵਨ ਵਾਕ ਨੇ, ਮਰਨ ਨਾ ਮੂਰਤ ਪੁੱਛਿਆ,
ਪੁੱਛੀ ਚਿਤ ਨ ਵਾਰ, ਇੱਕ ਨਾ ਲੱਦਿਆ ਇੱਕ ਲੱਦ ਚੱਲੇ, ਇੱਕ ਨੀ ਬੱਧੇ ਭਾਰ, ਇੱਕ ਨਾ ਹੋਈ ਸਾਖਤੀ, ਇੱਕ ਨਾ ਹੋਈ ਸਾਰ। ਲਸ਼ਕਰ ਸਣੇ ਦਮਾਮਿਆਂ, ਛੁੱਟੇ ਬੰਕ ਦਵਾਰ, ਨਾਨਕ ਢੇਰੀ ਛਾਰ ਕੀ ਭੀ ਫਿਰ ਹੋਈ ਛਾਰ। ਗੁਰੂ ਘਰ ਦੇ ਪ੍ਰੀਤਵਾਨ ਮਾਤਾ ਕੁਲਵੰਤ ਕੌਰ ਜੀ ਅਕਾਲ ਪੁਰਖ ਦੇ ਹੁਕਮ ਵਿੱਚ, ਵਾਹਿਗੁਰੂ ਦੇ ਹੁਕਮ ਵਿੱਚ ਇਸ ਸੰਸਾਰ ਤੇ ਆਏ। ਜਿੰਨੀ ਸਵਾਸਾਂ ਰੂਪੀ ਪੂੰਜੀ ਲੈ ਕੇ ਆਏ, ਆਜ਼ੂ ਅਰਾਵਲਾ ਟੈਂਪਲ ਘੜੀਆਂ, ਦਿਨ ਤੇ ਪਹਿਰ, ਪਹਿਰ ਤੇ ਘੜੀਆਂ। ਆਵ ਘਟੈ ਤਨ ਛੀਜੈ, ਕਾਲ ਅਹੇਰੀ ਫਿਰੈ ਬਦਕ ਜਿਉ, ਕਹਿਓ ਕਵਣ ਵਿਦ ਕੀਜੈ। ਸੋ ਦਿਨ ਆਵਣ ਲੱਗਾ, ਜਿਹੜਾ ਜਾਣ ਦਾ ਸਮਾਂ ਸੰਸਾਰ ਦਾ, ਉਹ ਆ ਗਿਆ। ਸਾਧ ਸੰਗਤ ਜੀ, ਪਰਿਵਾਰ ਬੇਖਬਰ ਸੀ, ਕੋਈ ਪਤਾ ਨਹੀਂ ਸੀ। ਬੰਦਾ ਮਾੜਾ ਮੋਟਾ ਢਿੱਲਾ ਮੱਸਾ ਆਮ ਹੀ ਹੁੰਦਾ ਹੀ ਹੈ। ਹਸਪਤਾਲਾਂ 'ਚ ਦਵਾਈਆਂ ਵੀ ਆਪਾਂ ਲੈਂਦੇ ਹੀ ਹੁੰਦੇ, ਕੋਈ ਇਹ ਨਹੀਂ ਪਤਾ ਹੁੰਦਾ ਸੀ। ਫਰੀਦਾ ਦਰਿਆਵੇ ਕੰਨੇ ਬਗਲਾ, ਬੈਠਾ ਕੇਲ ਕਰੇ, ਕੇਲ ਕਰੇਂਦੇ ਹੰਝ ਨੂੰ, ਅਚਿੰਤੇ ਬਾਜ ਪਏ। ਬਾਜ ਪਏ ਤਿਸ ਰੱਬ ਦੇ, ਕੇਲਾਂ ਵਿਸਰੀਆਂ, ਜੋ ਮਨ ਚਿਤ ਨਾ ਚੇਤੇ ਸਨ। ਪਤਾ ਥੋੜਾ ਸੀ ਤਰਨਜੀਤ ਵੀਰ ਨੂੰ, ਅਰਵਿੰਦਰ ਸਿੰਘ ਜੀ ਨੂੰ। ਠੀਕ ਸੀ ਮਾਤਾ ਜੀ, ਕੋਈ ਨਹੀਂ, ਬਾਹਰ ਵਿਦੇਸ਼ਾਂ ਵਿੱਚ ਕੰਮ ਕਰ ਰਹੇ ਨੇ ਵੀਰ, ਪਰ ਬਾਜ ਪਏ ਤਿਸ ਰੱਬ ਦੇ, ਕੇਲਾਂ ਵਿਸਰੀਆਂ, ਜੋ ਮਨ ਚਿਤ ਨਾ ਚੇਤੇ ਸਨ। ਚਿੱਤ ਚੇਤੇ ਵੀ ਨਹੀਂ, ਵੀ ਵਿਛੋੜਾ ਵੀ ਹੋ ਜਾਣਾ। ਜਦੋਂ ਪਤਾ ਤਾਂ ਹੈ ਵੀ ਇੱਕ ਦਿਨ ਆਏ ਆ, ਇੱਕ ਦਿਨ ਜਾਣਾ ਵੀ, ਪਰ ਇਹ ਨਹੀਂ ਪਤਾ ਵੀ ਸਾਥ ਪਹਿਲਾਂ ਛੱਡ ਜਾਣਾ। ਇਹ ਤਾਂ ਫਿਰ ਜਿੰਨੇ ਸਵਾਸ ਅਕਾਲ ਪੁਰਖ ਨੇ ਬਖਸ਼ੇ ਉਹ ਭੋਗੇ, ਜਿੰਨਾ ਸੰਬੰਧ ਪੁੱਤਰਾਂ ਨਾਲ, ਨੂੰਹਾਂ ਨਾਲ, ਸਰਦਾਰ ਸਤਨਾਮ ਸਿੰਘ ਨਾਲ, ਰਿਸ਼ਤੇਦਾਰਾਂ ਨਾਲ, ਨਗਰ ਨਾਲ ਲਿਖਿਆ ਮਹਾਰਾਜ ਨੇ, ਉਹ ਜਿਹੜਾ ਸੰਜੋਗ ਉਹਨਾਂ ਨੇ ਭੋਗਿਆ, ਬਤਾਇਆ। ਪੁੱਛੋ ਮਹਾਰਾਜ ਨੂੰ, ਸੰਜੋਗ ਵਿੰਜੋਗ ਤੁਰ ਹੋਈ ਹੁਆ, ਤੁਰ ਤੋਂ ਹੀ ਹੋਇਆ। ਜਦੋਂ ਸਾਧ ਸੰਗਤ ਜੀ ਸੰਜੋਗ ਮਿਲਣਾ ਸੀ ਬੱਚਿਆਂ ਨਾਲ, ਪਰਿਵਾਰ ਨੂੰ, ਉਹ ਸੰਜੋਗ, ਤੇ ਜਦੋਂ ਵਿਛੜਨਾ ਸੀ ਉਹਨੂੰ ਕਹਿੰਦੇ ਨੇ ਵਿਜੋਗ। ਇਹ ਸੰਸਾਰ ਦੀ ਰਚਨਾ ਨੂੰ ਇਹ ਦੋਵੇਂ ਹੀ ਚਲਾ ਰਹੇ ਨੇ। ਸੰਜੋਗ ਵਿਜੋਗ ਦੋਏ ਕਾਰ ਚਲਾਵੇ, ਲੇਖੇ ਆਵੇ ਭਾਗ। ਇਹ ਦੋਵੇਂ ਹੀ ਚਲਾ ਰਹੇ ਨੇ ਸਾਧ ਸੰਗਤ, ਸਾਰੀ ਸ੍ਰਿਸ਼ਟੀ ਨੂੰ। ਸੰਜੋਗ ਹੁੰਦਾ, ਵਿਜੋਗ ਵੀ ਹੁੰਦਾ। ਸੰਜੋਗ ਮਿਲ ਵਿਛੜਿਆ, ਸੰਜੋਗ ਨਾਲ ਮੇਲ ਹੁੰਦਾ, ਵਿਜੋਗ ਨਾਲ ਵਿਛੜਦਾ। ਇਸ ਕਰਕੇ ਜਿੰਨਾ ਸੰਜੋਗ ਉਹ ਬਤੀਤ ਕੀਤਾ ਆਪਣੇ ਸੋਹਣੇ ਪਰਿਵਾਰ ਨਾਲ, ਜਦੋਂ ਭਾਣਾ ਹੋ ਗਿਆ ਅਕਾਲ ਪੁਰਖ ਦਾ, ਫਿਰ ਅਲਵਿਦਾ ਕਹਿ ਗਏ ਆਪਣੇ ਪਰਿਵਾਰ ਨੂੰ, ਸੰਸਾਰ ਨੂੰ। ਸੱਦੜੇ ਆਏ ਤਿਨਾ ਜਾਨੀਆਂ, ਉਹ ਫਿਰ ਸੱਦੜੇ ਆ ਜਾਂਦੇ ਨੇ ਉਹਨਾਂ ਦੇ, ਪੜ੍ਹਦੇ ਨਾ ਸੋਹਿਲਾ ਸਾਹਿਬ, ਘਰ ਘਰ ਇਹੋ ਪਹੁੰਚਾ ਸੱਦੜੇ ਨਿਤ ਪਵਨ। ਘਰ ਘਰ ਪੈ ਰਹੇ ਨੇ ਸੱਦੇ, ਜਿਵੇਂ ਜਿਵੇਂ ਆ ਰਿਹਾ ਨਾ ਟਾਈਮ, ਜਦੋਂ ਪੂਰਾ ਹੋ ਜਾਂਦਾ ਸੱਦਾ ਹੀ ਆਉਂਦਾ। ਫਿਰ ਸੱਦੜੇ ਆਏ ਤਿਨਾ ਜਾਨੀਆਂ, ਹੁਕਮ ਬੱਧੀ ਕਰਤਾ। ਉਹ ਹੁਕਮ ਦੇ ਬੰਦੇ ਹੁੰਦੇ ਨੇ ਸਰਕਾਰ ਦੇ, ਅਕਾਲ ਪੁਰਖ ਸਰਕਾਰ ਦੇ। ਸੋ ਸਾਧ ਸੰਗਤ ਜੀ, ਜਦੋਂ ਬੰਦੇ ਦਾ ਅੰਨ ਤੇ ਜਲ, ਅੰਨ ਜਲ ਤੇ ਸਵਾਸ, ਤੀਜਾ ਧਰਤੀ ਜਿੱਥੇ ਸਰੀਰ ਛੱਡਣਾ ਹੈ, ਇਹ ਤਿੰਨ ਚੀਜ਼ਾਂ ਇਕੱਠੀਆਂ ਹੋ ਜਾਂਦੀਆਂ, ਫਿਰ ਇਸ ਸੰਸਾਰ ਤੋਂ ਜਾਣਾ ਪੈਂਦਾ। ਅੰਨ ਜਲ ਸਵਾਸ ਤੇ ਜਿਹੜੀ ਥਾਂ ਤੇ ਸਰੀਰ ਛੱਡਣਾ।
ਫਿਰ ਕੋਈ ਨਹੀਂ ਰੋਕ ਸਕਦਾ ਸਾਧ ਸੰਗਤ ਜੀ, ਕਿਉਂਕਿ ਉਹਦਾ ਜਿਹੜਾ ਸਮਾਂ ਪੂਰਾ ਹੋ ਜਾਂਦਾ ਹੈ। ਭਾਣੇ ਨੂੰ ਮੰਨਦੇ ਹੋਏ ਪਰਿਵਾਰ ਨੇ ਸ੍ਰੀ ਅਖੰਡ ਪਾਠ ਸਾਹਿਬ ਦਾ ਜਾਪ ਕਰਵਾਇਆ। ਸਤਿਗੁਰੂ ਦੀ ਕਿਰਪਾ ਸਦਕਾ ਤੋਂ ਮੱਧ ਤੋਂ ਸੰਪੂਰਨਤਾ ਦਾ ਭੋਗ ਪਿਆ ਹੈ। ਭੋਗ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਾਕ ਨੇ। ਇਹ ਮਨੋਕਲਪਤ ਨਹੀਂ ਅਖੰਡ ਪਾਠ ਜਾਂ ਜੀ ਕੀਰਤਨ ਜਾਂ ਕਥਾ। ਕਈਆਂ ਲੋਕਾਂ ਨੂੰ ਪਤਾ ਨਹੀਂ ਹੁੰਦਾ ਗੁਰੂ ਘਰ ਦੀ ਮਰਿਆਦਾ ਬਾਰੇ। ਇਹ ਬਣਾਈਆਂ ਨੇ ਜੀ, ਉਹ ਦੱਸਾਂਗੇ ਵੀ ਤੁਹਾਨੂੰ ਬਣਾਈਆਂ ਨੇ ਜਾਂ ਗੁਰੂ ਨੇ ਬਣਾਈਆਂ ਨੇ। ਸੱਚੇ ਪਾਤਸ਼ਾਹ ਮਹਾਰਾਜ 923 ਅੰਗ ਤੇ ਆ ਜਿਹੜਾ ਆਪਾਂ ਕੀਰਤਨ ਸ਼ੁਰੂ ਕੀਤਾ ਹੋਇਆ, ਇਹਦੀ ਬਾਬਤ ਉਚਾਰਦੇ 923 ਅੰਗ। ਅੰਤੇ ਸਤਿਗੁਰ ਬੋਲਿਆ, ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ। ਜਿਹੜੀ ਕਿਰਤ ਹੈ ਨਾ ਸਾਧ ਸੰਗਤ ਜੀ, ਉਹ ਕੱਕੇ ਦੀ ਸਿਹਾਰੀ ਪੈਂਦੀ ਹੈ। ਜਿਹੜਾ ਸਿਫਤ ਸਲਾਹ ਕੀਰਤਨ, ਇਹ ਜਦੋਂ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਆਏਗਾ, ਕੱਕੇ ਬਿਹਾਰੀ ਆਏਗਾ। ਬਾਣੀ ਪੜ੍ਹਨ ਵਾਲੇ ਬੈਠੇ ਨੇ ਇੱਥੇ, ਨੋਟ ਕਰ ਸਕਦੇ ਗੱਲ। ਕਲਯੁਗ ਮੈਂ ਕੀਰਤਨ ਪ੍ਰਦਾਨ, ਕੀਰਤਨ ਨਾਮ ਕਥੇ ਤੇਰੇ ਜਹਿਬਾ, ਸਤ ਨਾਮ ਤੇਰਾ ਪਰਾਪੂਰਬ। ਸਾਹਿਬ ਕਹਿੰਦੇ ਨੇ ਅੰਤੇ ਸਤਿਗੁਰ ਬੋਲਿਆ, ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ। ਕੇਸੋ ਗੋਪਾਲ ਪੰਡਤ ਸਦਿਓ, ਹਰ ਹਰ ਕਥਾ ਪੜੈ ਪ੍ਰਾਣ। ਇਹ ਕਦੋਂ ਉਚਾਰਿਆ ਮਹਾਰਾਜ ਨੇ, ਕਿਹਨੂੰ ਉਪਦੇਸ਼ ਕੀਤਾ ਹੈ? ਇਹਨੂੰ ਕਹਿੰਦੇ ਨੇ ਉਥਾਨਕਾ। ਟਕਸਾਲ ਵਿੱਚ ਸ਼ਬਦ ਦੀ ਉਥਾਨਕਾ ਵੀ ਦੱਸਦੇ ਨੇ ਵੀ ਮਹਾਰਾਜ ਨੇ ਜਪਜੀ ਸਾਹਿਬ ਕਦੋਂ ਤੇ ਕਿੱਥੇ ਕਿਵੇਂ ਉਚਾਰਿਆ। ਬਾਣੀ ਜਿਹੜੀਆਂ ਆਸਾ ਦੀ ਵਾਰ ਕਦੋਂ ਕਿਵੇਂ, ਰਹਿ ਰਾਸ, ਇਹਨੂੰ ਕਹਿੰਦੇ ਨੇ ਉਥਾਨਕਾ। ਜਿਹਨੂੰ ਆਪਾਂ ਕਹਿੰਦੇ ਡਿਟੇਲ 'ਚ ਪਤਾ ਲੱਗ ਜਾਏ, ਉਥਾਨਕਾ ਬਿਲਕੁਲ ਗਹਿਰਾਈ 'ਚ ਪਤਾ ਲੱਗ ਜਾਂਦਾ। ਇਹ ਸ਼ਬਦ ਕਹਿੰਦਾ ਹੈ ਜਿਹੜਾ ਭੋਗਾਂ ਤੇ ਆਪਾਂ ਸੁਣਦੇ ਵੀ ਹਾਂ, ਅੰਤੇ ਸਤਿਗੁਰ ਬੋਲੇ, ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀ। ਕਿਉਂਕਿ ਬਾਣੀ ਦੇ ਉੱਪਰ ਲਿਖਿਆ 923 ਅੰਗ ਤੇ ਰਾਮ ਕਲੀ ਸਦ। ਤਵੱਜੋ ਦਿਓ, ਇਹ ਬਾਣੀ ਕਦੋਂ ਪੜ੍ਹੀ ਜਾਂਦੀ ਹੈ? ਸਿਰਫ ਜਦੋਂ ਮ੍ਰਿਤਕ ਭੋਗ ਹੁੰਦਾ। ਜਦੋਂ ਵੀ ਮ੍ਰਿਤਕ ਭੋਗ ਹੋਵੇਗਾ, ਉਹਦੇ ਅਖੰਡ ਪਾਠ ਜਾਂ ਸੁਖਮਨੀ ਸਾਹਿਬ ਤੋਂ ਉਪਰੰਤ ਨਾਲ ਦੀ ਨਾਲ ਜਪਜੀ ਸਾਹਿਬ ਨਹੀਂ, ਰਾਮ ਕਲੀ ਸਦ। ਇਹ ਮ੍ਰਿਤਕ ਭੋਗ ਵਾਸਤੇ। ਹੁਣ 4 ਗੁਰਸਿੱਖ ਹੋਏ ਨੇ ਸਾਧ ਸੰਗਤ ਜੀ। ਵੈਸੇ ਕਈ ਚੌਥਾ ਨਹੀਂ ਮੰਨਦੇ, ਭਾਈ ਮਰਦਾਨੇ ਨੂੰ, ਜਿਹੜਾ ਹੁੰਦਾ ਨਾ ਮਰਦਾਨਾ ਪਹਿਲਾ, ਉਹਨੂੰ ਨਹੀਂ ਮੰਨਦੇ। ਤਾਂ ਕਰਕੇ ਉਹ 3 ਗੁਰਸਿੱਖਾਂ ਦੀ ਬਾਣੀ ਕਹਿੰਦੇ ਨੇ। ਬਾਬਾ ਸੁੰਦਰ, ਭਾਈ ਸੱਤਾ, ਭਾਈ ਬਲਵੰਡ, 4। 6 ਗੁਰੂ ਸਾਹਿਬਾਨ, ਪਹਿਲੇ 5 ਤੇ 6ਵੇਂ ਗੁਰੂ ਤੇਗ ਬਹਾਦਰ ਬਾਣੀ ਦਰਜ। 15 ਭਗਤਾਂ ਦੀ, 11 ਭੱਟ ਸਾਹਿਬਾਨ। ਵੈਸੇ ਉਹਨਾਂ ਦੇ ਨਾਂ ਜੇ ਡਿਟੇਲ 'ਚ ਜਾਈਏ 17 ਨਾਂ ਹੁੰਦੇ ਨੇ, ਪਰ ਉੱਥੇ ਜੇ ਵਿਚਾਰ ਕਰੀਏ ਉੱਥੇ ਇੱਕ ਭੱਟ ਦੇ 3-3 ਨਾਂ ਦੱਸੇ ਨੇ। ਤਾਂ ਕਰਕੇ ਕਈ ਕਨਫਿਊਜ਼ ਹੁੰਦੀ, 17 ਭੱਟ ਤੇ 11 ਭੱਟਾਂ ਦੀ ਲਿਖਿਆ। ਇਹੀ ਤਾਂ ਸਮਝਣ ਵਾਲੀ ਗੱਲ ਹੁੰਦੀ। ਹੁਣ 4 ਗੁਰਸਿੱਖਾਂ ਦੀ ਬਾਣੀ। ਇਹ ਕਿਹੜੇ ਗੁਰਸਿੱਖ ਦੀ ਬਾਣੀ? ਕਹਿ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ। ਕਿਹੜੇ ਭਗਤ ਨੇ? ਸੁੰਦਰ, ਬਾਬਾ ਸੁੰਦਰ ਜੀ। ਕੌਣ ਨੇ ਬਾਬਾ ਸੁੰਦਰ? ਇਤਿਹਾਸ ਕੀ ਉਹਨਾਂ ਦਾ? ਗੁਰੂ ਅਮਰਦਾਸ ਮਹਾਰਾਜ ਦਾ ਪੁੱਤਰ ਹੈ ਮੋਹਣ ਤੇ ਮੋਹਰੀ। ਉਹਨਾਂ ਦਾ ਪੁੱਤਰ ਹੈ ਆਨੰਦ। ਆਨੰਦ ਦਾ ਪੁੱਤਰ ਹੈ ਬਾਬਾ ਸੁੰਦਰ। ਪੜਪੋਤਾ ਹੈ ਗੁਰੂ ਅਮਰਦਾਸ ਮਹਾਰਾਜ ਦਾ। ਹੁਣ ਇਹ ਵਿਚਾਰ ਆਪਣੇ ਸਮਝ ਤੇ ਪੈ ਜਾਏਗੀ, ਕਿਉਂਕਿ ਡਿਟੇਲ 'ਚ ਤੁਰ ਗਈ। ਮਹਾਰਾਜ ਨੇ ਕਦੋਂ ਕਿਹਾ ਪਾਠ ਕਰਨ ਨੂੰ ਤੇ ਕੀਰਤਨ ਕਥਾ ਕਰਨ ਨੂੰ? ਗੁਰੂ ਅਮਰਦਾਸ ਮਹਾਰਾਜ ਦੀ 95 ਸਾਲ ਉਮਰ ਹੋ ਗਈ। ਸਤਿਗੁਰ ਭਾਣੈ ਆਪਣੇ ਬਹਿ ਪਰਿਵਾਰ ਸਦਾਇਆ।
ਮਾਰ ਕਹਿੰਦੇ ਮੇਰੀਆਂ ਧੀਆਂ ਮੇਰੇ ਪੁੱਤਰ ਸਾਰਿਆਂ ਨੂੰ ਬੁਲਾਓ। ਬੀਬੀ ਭਾਨੀ, ਬੀਬੀ ਦਾਨੀ, ਜਵਾਈ ਗੁਰੂ ਰਾਮਦਾਸ ਰਾਮਾ ਜੀ, ਸਿੱਖ ਗੁਰਸਿੱਖ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ, ਭਾਈ ਬੱਲੂ ਜੀ, ਜਿਹੜੇ ਮਹਾਨ ਗੁਰਸਿੱਖ, ਮੇਰੇ ਭਰਾ ਜਿਹੜੇ ਮਾਨਕ ਚੰਦ, ਸਾਰਿਆਂ ਨੂੰ ਬੁਲਾਓ। ਤੁਸੀਂ ਆਖੋਗੇ ਲਿਖਿਆ ਬਾਣੀ 'ਚ ਵੀ ਮਹਾਰਾਜ ਨੇ ਸੱਦੇ ਸੀ, ਲਿਖਿਆ ਬਾਣੀ, ਉੱਥੇ ਲਿਖਿਆ 923 ਅੰਗ, ਮੇਰੇ ਸਿੱਖ ਹੋ ਪੁੱਤ ਹੋ ਭਾਈ ਹੋ, ਮੇਰੇ ਹਰ ਭਾਣਾ ਆਓ ਮੈਂ ਪਾਸ ਜੀ। ਸਿੱਖਾਂ ਨੂੰ ਸੱਦਿਆ, ਪੁੱਤਰਾਂ ਨੂੰ ਸੱਦਿਆ, ਭਾਈਆਂ ਨੂੰ ਸੱਦਿਆ। ਐ ਜਿਵੇਂ ਆਪਾਂ ਬੈਠੇ ਆ, ਸਾਰੀ ਸੰਗਤ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ 'ਚ ਬਹਿ ਗਈ। ਮਹਾਰਾਜ ਕਹਿੰਦੇ ਅਸੀਂ ਭਾਣਾ ਵਰਤਾਉਣਾ ਹੁਣ, ਭਾਣਾ ਅਸੀਂ ਸਰੀਰ ਛੱਡਣਾ ਹੈ ਤੇ ਅਸੀਂ ਬਚਨ ਕਰਕੇ ਜਾਂਦੇ ਆ ਕਿ ਸਾਡੇ ਮਗਰੋਂ ਰੋਣਾ ਨਹੀਂ ਕਿਸੇ ਨੇ। ਇਹਨੂੰ ਕੀ ਕਹਿੰਦੇ ਨੇ? ਗੁਰ ਮਰਿਆਦਾ। ਤੇ ਉੱਚੀ ਉੱਚੀ ਵਿਰਲਾਪ ਕਰਨਾ ਉਹਨੂੰ ਕੀ ਕਹਿੰਦੇ ਨੇ? ਮਨ ਮੱਥ। ਪਰ ਇੱਕ ਗੱਲ ਪਰਿਵਾਰ ਵਿੱਚ ਮਿਲੀ ਹੈ, ਮਨਮਤ ਨਹੀਂ ਨਾ ਕਰ ਵਰਤੀ, ਗੁਰਮਤ ਵਰਤੀ ਗਈ। ਭਾਈ ਅਰਵਿੰਦਰ ਸਿੰਘ ਜੀ, ਭਾਈ ਤਰਨਜੀਤ ਸਿੰਘ ਜੀ ਕਹਿੰਦੇ ਅਕਾਲ ਪੁਰਖ ਦਾ ਹੁਕਮ ਸੀ, ਜਿੰਨਾ ਫੁੱਲ ਚੁਗਣੇ ਸੀ, ਫੁੱਲ ਜਿੱਦਣ ਉਹਦਨ ਅਕਾਲ ਪੁਰਖ ਦੀ ਦੇਵਨੈਤ ਕੀ ਕਣੀਆਂ ਪੈ ਰਹੀਆਂ ਸੀ, ਜਿਵੇਂ ਉਹਨੂੰ ਭਾਵੇ। ਇੱਕ ਬੀਬੀ ਨੇ ਕਿਹਾ ਤਰਨਜੀਤ ਸਿੰਘ ਨੂੰ ਬੜਾ ਮਾੜਾ ਹੋਇਆ। ਕਹਿੰਦੇ ਕਿਉਂ ਮਾੜਾ ਹੋਇਆ? ਰੱਬ ਨੇ ਕੋਈ ਕਹਿੰਦੀ ਰੱਬ ਨੇ ਬੜਾ ਮਾੜਾ ਕੀਤਾ। ਪੁੱਤਰ ਕਹਿੰਦਾ ਕੀ ਮਾੜਾ ਕੀਤਾ ਰੱਬ ਨੇ? ਇੱਥੇ ਹੀ ਬੈਠੇ ਨੇ, ਕੋਈ ਝੂਠ ਨਹੀਂ ਗੱਲ। ਰੱਬ ਦਾ ਹੁਕਮ ਸੀ, ਉਹਦੀ ਵਸਤੀ ਉਹ ਲੈ ਗਿਆ। ਜਿਸ ਕੀ ਵਸਤ ਸੋਈ ਲੈ ਜਾਏਗਾ, ਰੋਸ ਕਿਸੇ ਸੋ। ਤੇਰਾ ਰੋਸ ਤਾਂ ਵਿਅਰਥ ਹੈ, ਤੇਰੀ ਵਸਤ ਹੈ। ਜਿਨ ਤੁਮ ਭੇਜੇ ਤਿਨੇ ਬੁਲਾਏ। ਉਹਨੇ ਭੇਜਿਆ, ਉਹਨੇ ਬੁਲਾ ਲਿਆ। ਤੁਹਾਡੇ ਘਰ ਚੀਜ਼ਾਂ ਨੇ, ਕੋਈ ਧਾਰੀ ਟਰੈਕਟਰ, ਕੋਈ ਟਰਾਲੀ ਮੰਗ ਕੇ ਲੈ ਜੇ, ਫਿਰ ਲੈਣ ਆਵੇ ਆਪਣੀ, ਤੇ ਆਪਾਂ ਰੋਸ ਕਰਾਂਗੇ? ਨਹੀਂ, ਗਲਤ ਹੈ ਫਿਰ ਜੇ ਰੋਸ ਕਰਦੇ ਆ। ਜਿਸ ਕੀ ਵਸਤ ਸੋਈ ਲੈ ਜਾਏਗਾ, ਉਹਦੀ ਵਸਤ ਉਹਨੇ ਭੇਜਿਆ, ਫਿਰ ਉਹੀ ਲੈ ਕੇ ਜਾਏਗਾ। ਰੋਸ ਕਾਹਦਾ? ਫਿਰ ਦੂਜੀ ਉਹਨਾਂ ਨੇ ਗੱਲ ਕਹੀ, ਕਹਿੰਦੇ ਰੱਬ ਨੇ ਵੀ ਨਾ ਬੜਾ ਆ ਮੀਂਹ ਜਾ ਪਾ ਕੇ ਕੰਮ ਖਰਾਬ। ਕਹਿੰਦੇ ਕੋਈ ਖਰਾਬ ਨਹੀਂ ਕੀਤਾ। ਵੇਖੋ, ਇਹਨੂੰ ਕਹਿੰਦੇ ਨੇ ਗੁਰਮਤਿ। ਬਾਣੀ ਅਸੀਂ ਬੜੇ ਪੜ੍ਹਦੇ ਹਾਂ, ਸਿਮਰਨ, ਭਾਣਾ ਕੋਈ ਨਹੀਂ ਮੰਨਦਾ, ਰੱਬ ਦੀ ਰਜਾ 'ਚ ਕੋਈ ਨਹੀਂ ਚੱਲਦੇ, ਸਿਮਰਨ ਕਰਦੇ ਆ। ਬੜਾ ਮਾੜਾ ਕਰਤਾ ਰੱਬ ਨੇ। ਇਹਦਾ ਮਤਲਬ ਫਿਰ ਬਾਣੀ ਨਿਤਨੇਮ ਸਾਡਾ ਵਿਅਰਥ ਹੀ ਹੈ। ਸਮਝੇ ਹੀ ਨਹੀਂ ਅਸੀਂ। ਗੁਰ ਸਿੱਖ ਦੀ ਪਰਿਭਾਸ਼ਾ, ਡੈਫੀਨੇਸ਼ਨ ਕੀ ਹੈ? ਗੁਰਮੁਖ ਹੋਏ ਸੋ ਭਾਣਾ ਮੰਨੈ। ਭਾਣਾ ਮੰਨ, ਤੂੰ ਗੁਰਸਿੱਖ ਹੈ ਗੁਰੂ ਦਾ। ਦੁੱਖ ਆਵੇ, ਸੁੱਖ ਆਵੇ, ਘਾਟਾ ਆਵੇ, ਵਾਧਾ, ਭਾਵੇਂ ਗੱਲ ਕਰਨੀ ਬੜੀ ਸੌਖੀ ਹੈ, ਮੰਨਣੀ ਬੜੀ ਔਖੀ ਹੈ, ਪਰ ਇਹ ਪਰਿਵਾਰ ਨੇ ਮੰਨੀ। ਭਾਈ ਅਰਵਿੰਦਰ ਸਿੰਘ ਉਹਨਾਂ ਦੇ ਬੇਟੇ, ਉਹਨਾਂ ਦੀਆਂ ਨੂੰਹਾਂ, ਸਾਧ ਸੰਗਤ ਜੀ ਇੰਨੀ ਚੰਗੀ ਮਾਤਾ ਸੀ, ਕੀ ਕਹਿਣਾ ਹੈ। ਇਹਨਾਂ ਦੀ ਮਾਤਾ ਬਹੁਤ ਚੰਗੇ ਸੁਭਾਅ ਦੀ ਸੀ। ਐਸਾ ਇਨਸਾਨ ਜੀ ਬਹੁਤ ਘੱਟ ਹੁੰਦੇ ਨੇ ਦੁਨੀਆ ਦੇ ਉੱਤੇ, ਤੇ ਚੰਗਿਆਈ ਨੇ ਉਹਨਾਂ ਦਾ ਭਲਾ ਕਰ ਦੇਣਾ, ਭਾਵੇਂ ਬਹੁਤਾ ਜਪ ਤਪ ਨਾ ਉਹਨਾਂ ਕੋਲ ਹੋਵੇ। ਮਾਵਾਂ ਤਾਂ ਹੋਣਗੀਆਂ, ਪਰ ਉਹ ਮਾਂ ਦਾ ਸੁਭਾਅ ਬੜਾ ਸ਼ਾਂਤ, ਬੜਾ ਧੀਰਜ, ਬੜਾ ਠੰਡਾ ਸੁਭਾਅ। ਸਗੋਂ ਪਰਿਵਾਰ ਨੂੰ ਵੀ ਸਮਝਾਉਣਾ। ਪਰਿਵਾਰ ਕਹਿੰਦੇ ਅਕਾਲ ਪੁਰਖ ਦਾ ਹੁਕਮ ਹੈ, ਭਾਣਾ ਹੈ। ਜੇ ਕੋਈ ਪੁੱਛਦਾ ਵੀ ਇਹ ਮਾੜਾ, ਐਵੇਂ ਕਹਿਣਾ ਚਾਹੀਦਾ ਸਾਨੂੰ ਵੀ। ਮਰਨ ਨਾ ਮੰਦਾ ਲੋਕਾਂ ਆਖੀਏ, ਜੇ ਕੋਈ ਮਰ। ਲਾਣੀਆਂ ਦਾ ਪਾਠ ਕਰੋ, ਮੰਨਦੇ ਤਾਂ ਹੈ ਨਹੀਂ, ਫਿਰ ਲਾਣੀਆਂ ਦਾ ਪਾਠ ਕਰੋ। ਗੁਰੂ ਦਾ ਹੁਕਮ ਮੰਨਣਾ ਵੀ ਹੈ ਨਾ ਅਸੀਂ। ਜੇ ਕੋਈ ਮਰ ਜਾਣਾ, ਜੇ ਮਰ ਕਹਿੰਦੇ ਕੋਈ ਤੁਰ ਜੇ, ਤੇ ਮੰਦਾ ਨਹੀਂ ਕਹਿਣਾ। ਅਕਾਲ ਪੁਰਖ ਦਾ ਹੁਕਮ ਹੈ। ਤੁਸੀਂ ਰੱਬ ਦੇ ਸ਼ਰੀਕ ਹੋ, ਰੱਬ ਨੂੰ ਸਮਝਾਓਗੇ ਹੁਣ। ਇਹ ਤਾਂ ਕਿਹਾ ਸੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ, ਜੋ ਤੁਧ ਭਾਵੈ ਸਾਈ ਭਲੀ ਕਰ। 4 ਵਾਰੀ ਆਉਂਦਾ, 16ਵੀਂ, 17ਵੀਂ, 18ਵੀਂ, 19ਵੀਂ ਪੌੜੀ ਜਪਜੀ ਸਾਹਿਬ ਦੇ ਵਿੱਚ, ਸਾਨੂੰ ਸਮਝਾਉਣ ਵਾਸਤੇ।
ਤੱਤੀ ਤਵੀ ਤੇ ਬੈਠੇ ਨੇ, ਸੀਸ 'ਚ ਗਰਮ ਰੇਤ ਪੈ ਰਿਹਾ ਹੈ। ਤੇਰਾ ਕੀਆ ਹਰ ਨਾਮ ਪਦਾਰਥ। ਕਿਹਨੂੰ ਸਿਖਾਇਆ ਪਾਠ? ਹੋਰ ਸਿੱਖਾਂ ਨੂੰ? ਕਿਸੇ ਨੂੰ? ਆਪਾਂ ਨੂੰ ਹੀ ਸਿਖਾਇਆ, ਪਾਠ ਪੜ੍ਹਾ ਕੇ ਗਏ ਨੇ। ਤੱਤੀ ਤਵੀ ਤੇ ਬਹਿ ਕੇ ਸਾਡੇ ਵੱਡੇ ਕਹਿੰਦੇ ਮਿੱਠਾ ਪਾਣਾ ਮੰਨਣਾ ਹੈ। ਤੇ ਜੇ ਅਸੀਂ ਰੋਈਏ ਵੀ, ਵਿਰਲਾਪ ਵੀ ਕਰੀਏ, ਫਿਰ ਕੀ ਜਿਉਂਦਾ ਹੋ ਜਾਏਗਾ ਬੰਦਾ? ਵਿਅਰਥ ਹੈ ਨਾ ਫਿਰ। ਤੇ ਪੁੱਛੋ ਮਹਾਰਾਜ ਨੂੰ, ਜਿਹੜੇ ਰੋਣ ਆਉਂਦੇ ਨੇ ਉਹਨਾਂ ਦੀ ਕੈਸੀ ਅੰਦਰ ਮਨਸ਼ਾ ਹੁੰਦੀ ਹੈ। ਅਸੀਂ ਬਾਣੀ ਤੋਂ ਬਾਹਰ ਕੋਈ ਵਿਚਾਰ ਨਹੀਂ ਕਰਾਂਗੇ। ਸਾਰੀ ਬਾਣੀ ਦਾ ਝੂਠੀ ਮੁੱਠੀ ਸਭ ਰੋਵਣ ਆਵੇ। 10 ਮਿੰਟ ਰੋਏ, ਬਾਅਦ ਚੋਂ ਗੱਲਾਂ, ਹਾਸਾ ਮਜ਼ਾਕ, ਫਿਰ ਕਾਹਦਾ ਹੋਇਆ? ਇਹ ਜਿੰਨੀ ਗੱਲ ਹੈ ਬਾਣੀ ਦੀ ਮਿਲੇਗੀ ਤੁਹਾਨੂੰ। ਬਾਣੀ ਸਤਿਗੁਰ ਕਹਿ ਰਹੇ ਨੇ। ਇਹ ਵੀ ਲਾਣੀਆਂ ਦੇ ਪਾਠ 'ਚ ਕਿਹਾ ਸੱਚੇ ਪਾਤਸ਼ਾਹ ਨੇ। ਜਦੋਂ ਜੀਵ ਸੰਸਕਾਰ ਕਰਕੇ ਆਉਂਦੇ ਨਾ ਆਪਾਂ, ਗੁਰੂ ਘਰ ਜਿਹੜੀ ਪਾਠ ਹੁੰਦਾ ਉਹ ਬਾਣੀ ਵਿੱਚ ਕਿਹਾ। ਉਹ ਤਾਂ ਹੀ ਰੱਖਿਆ ਸੀ ਵੀ ਸਮਝ ਪੈ ਜੇ ਸਾਨੂੰ, ਅਸੀਂ ਸੁਣੀਏ ਉਸ ਵਕਤ। ਸੋ ਇਸ ਕਰਕੇ ਸੋ ਸਾਧ ਸੰਗਤ ਜੀ, ਪਰਿਵਾਰ ਨੇ ਭਾਣਾ ਮੰਨਿਆ, ਅਕਾਲ ਪੁਰਖ ਦਾ ਭਾਣਾ ਮੰਨਣਾ ਹੈ। ਆਸਟ੍ਰੇਲੀਆ ਵਿੱਚ ਮਿਲਬਰਨ ਵਿੱਚ ਇੱਕ ਗੁਰਸਿੱਖ ਪਰਿਵਾਰ, ਜਿਵੇਂ ਭਾਈ ਅਰਵਿੰਦਰ ਸਿੰਘ ਜੀ, ਦਮਾਲੇ ਬੰਨ੍ਹਦੇ ਉਹ ਸਾਰਾ ਪਰਿਵਾਰ। 35-36 ਸਾਲ ਦਾ ਸੀ ਹਰਪ੍ਰੀਤ ਸਿੰਘ, ਭਾਈ ਹਰਪ੍ਰੀਤ, ਉਹ ਪੂਰਾ ਹੋ ਗਿਆ। ਜਿੱਦਣ ਪੂਰਾ ਹੋ ਗਿਆ ਉਦਣ ਹੀ ਉਹ ਮਹਾਰਾਜ ਲੈ ਆਏ ਘਰ। ਆਪਾਂ ਸਹਿਜ ਪਾਠ ਖੰਡ ਪਾਠ ਕਿਉਂ ਕਰਾਉਂਦੇ? ਭਾਣਾ ਮੰਨਣ ਦਾ ਬਲ ਮਿਲੇ ਤੇ ਰੋਣ ਨਾ, ਬਾਣੀ ਵੱਲ ਧਿਆਨ ਦੇਣਾ। ਪਰ ਇੱਧਰ ਇੱਕ ਪਾਸੇ ਪਾਠ ਚੱਲਦਾ ਪਿਆ, ਇੱਕ ਪਾਸੇ ਵਿਰਲਾਪ ਚੱਲਦਾ ਪਿਆ। ਨਹੀਂ, ਸਾਨੂੰ ਆਗਿਆ ਨਹੀਂ ਦਿੰਦੀ ਗੁਰੂ ਕਾ ਉਪਦੇਸ਼, ਆਗਿਆ ਨਹੀਂ ਦਿੰਦਾ। ਸੱਸ ਠੀਕ ਹੈ, ਦੁੱਖ ਹੈ, ਹੋਏਗਾ ਦੁੱਖ, ਪਰ ਗੁਰੂ ਦਾ ਭਾਣਾ ਮੰਨਣਾ। ਉਹਨਾਂ ਨੇ ਪ੍ਰਕਾਸ਼ ਕਰਤਾ ਘਰ। ਪਤਾ ਲੱਗਾ ਜਥੇਦਾਰ ਸੰਤ ਬਾਬਾ ਕਸ਼ਮੀਰਾ ਸਿੰਘ ਜੀ ਲਾਹੌਰਾਂ ਵਾਲੇ ਮਹਾਂਪੁਰਸ਼ 1 ਮਹੀਨੇ ਵਾਸਤੇ ਪ੍ਰਚਾਰ ਦੌਰੇ ਸਾਰੇ ਸ਼ਹਿਰਾਂ, ਇਹ ਸਿਡਨੀ, ਪਰਥ, ਸਾਰਿਆਂ ਵਿੱਚ ਗੁਰਦੁਆਰਿਆਂ 'ਚ ਦੀਵਾਨ। ਉਦੋਂ ਮਿਲਬਰਨ ਗੁਰਦੁਆਰਾ ਸਾਹਿਬ 'ਚ ਦੀਵਾਨ ਸੀ। ਅਸੀਂ ਉਹਨਾਂ ਦੇ ਜਥੇ 'ਚ ਰਹੇ ਹਾਂ। ਉਹਨਾਂ ਨੇ ਸੁਨੇਹਾ ਭੇਜਿਆ ਵੀ ਉਹ ਮਹਾਂਪੁਰਸ਼ ਵੀ ਆ ਜਾਣ। ਇਸ ਤਰ੍ਹਾਂ ਪੂਰੇ ਹੋ ਗਏ ਨੇ ਉਹ। ਇਸ ਤਰ੍ਹਾਂ ਸਰੀਰ ਪਿਆ ਕੋਲ, ਮਹਾਰਾਜ ਦਾ ਪ੍ਰਕਾਸ਼, ਘਰ ਵਾਲੇ ਬੈਠੇ ਨੇ, ਬਾਣੀ ਪੜ੍ਹੀ। ਅੰਮ੍ਰਿਤ ਵੇਲਾ ਹੋਇਆ, ਆਸਾ ਦੀ ਵਾਰ ਦਾ ਕੀਰਤਨ ਸ਼ੁਰੂ ਹੋ ਗਿਆ। ਹੁਣ ਉਹ ਰਾੜਾ ਸਾਹਿਬ ਸੰਪਰਦਾ ਦੇ ਮਹਾਂਪੁਰਸ਼ ਕੀਰਤਨ ਉਵੇਂ ਦਾ ਕਰਦੇ ਸੀ ਧਾਰਨਾ 'ਚ। ਕਹਿੰਦੇ ਬਾਬਾ ਜੀ ਤੁਸੀਂ ਵੀ ਕੀਰਤਨ ਕਰੋ। ਬਾਬਾ ਜੀ ਨੇ ਰੀਤ ਸ਼ੁਰੂ ਕਰ ਦਿੱਤੀ, ਜਿਵੇਂ ਆਪਾਂ ਸ਼ਬਦਾਂ 'ਚ ਸ਼ੁਰੂ ਕਰ ਦਿੱਤੀ। ਉਹ ਕਹਿੰਦੇ ਨਹੀਂ ਨਹੀਂ ਬਾਬਾ ਜੀ, ਜਿਵੇਂ ਦੀਵਾਨ ਲਾਉਂਦੇ ਹੋ ਗੱਜ ਕੇ ਉਵੇਂ ਲਵਾਓ। ਕਹਿੰਦੇ ਅਸੀਂ ਤੇ ਤਾਂ ਕਰਕੇ ਵੀ ਜਵਾਨ ਮੌਤ ਹੋਈ। ਕਹਿਣ ਲੱਗੇ ਜਿੱਦਣ ਜਨਮ ਹੋਇਆ ਸੀ ਤੇ ਨਾਮਕਰਨ ਰਸਮ ਕੀਤੀ, ਤਾਂ ਉਦੋਂ ਕੀ ਹੋਇਆ? ਜਪਜੀ ਸਾਹਿਬ ਦੇ ਨਾਲ ਆਨੰਦ ਸਾਹਿਬ ਦਾ ਪਾਠ। ਜਿੱਦਣ ਅੰਮ੍ਰਿਤ ਛਕਾਇਆ, ਛਕਾਉਂਦੇ ਨੇ ਨਾ ਅੰਮ੍ਰਿਤ, ਜੋ ਥੋੜੇ ਦਿਨਾਂ ਦਾ ਹੁੰਦਾ ਬੱਚਾ, ਉਦਣ ਵੀ ਆਨੰਦ ਸਾਹਿਬ ਦਾ ਪਾਠ। ਜਿੱਦਣ ਆਨੰਦ ਕਾਰਜ ਹੋਇਆ ਉਦਣ ਵੀ ਆਨੰਦ ਸਾਹਿਬ ਦਾ ਪਾਠ। ਤੇ ਜਿੱਦਣ ਸੰਸਕਾਰ ਕਰਕੇ ਆਵਾਂਗੇ ਉਦਣ ਵੀ ਆਨੰਦ ਸਾਹਿਬ ਦਾ ਪਾਠ। ਜਿਹੜਾ ਮਰਜੀ ਤੁਸੀਂ ਸ਼ਬਦ ਲੈ ਲਓ, ਲੱਖ ਖੁਸ਼ੀਆਂ ਨਾਲ ਲੈ ਲਓ। ਇਹਦਾ ਲਾਸਟ ਪੰਕਤੀਆਂ ਪੜੋ। ਨਾਨਕ ਬੱਧਾ ਘਰ ਤਾਂ ਜਿੱਥੇ ਮਿਰਤ ਨਾ ਜਨਮ, ਖੁਸ਼ੀ ਹੈ ਤੇ ਗਮੀ ਵੀ ਨਾਲ ਹੀ ਚੱਲਦੀ। ਬਾਣੀ ਦੇ ਹਰੇਕ ਸ਼ਬਦ ਦੇ ਵਿੱਚ ਕਾਲ ਪੁਰਖ ਨੇ ਤਾਂ ਕਿਹਾ ਹੈ, ਜੰਮਣ ਮਰਨਾ ਹੁਕਮ ਹੈ, ਭਾਣੇ ਆਵੇ। ਕੱਲਾ ਮਰਨਾ ਭਾਣਾ ਨਹੀਂ, ਜੰਮਣਾ ਵੀ ਭਾਣਾ ਹੈ। ਇਹ ਗੁਰੂ ਨਾਨਕ ਦੀ ਬਾਣੀ ਹੈ, ਜਿਹੜੀ 462 ਅੰਗ ਤੋਂ ਸ਼ੁਰੂ ਹੁੰਦੀ ਹੈ, ਆਸਾ ਦੀ ਬਾਤ। ਜੰਮਣ ਮਰਨਾ ਹੁਕਮ ਹੈ, ਭਾਣੇ ਆਵੇ। ਵੇਖੋ ਪਿਓ ਕਹਿ ਰਿਹਾ ਹੈ, 35 ਸਾਲ ਦਾ ਪੁੱਤਰ ਪੂਰਾ ਹੈ, ਘਰ ਕੀਰਤਨ ਹੋ ਰਿਹਾ। ਕਹਿੰਦੇ ਜੀ ਢੋਲਕੀਆਂ ਨਾਲ ਕੀਰਤਨ ਕਰੋ, ਗੁਰੂ ਦਾ ਜਸ ਹੈ। ਇਹ ਉਹਦੀ ਹੁਕਮ ਹੈ, ਉਹਦੀ ਦਾਤ ਹੈ। ਜਿਸ ਕੀ ਵਸ ਸੋਈ ਲੈ ਜਾਏਗਾ। ਰੋਜ਼ ਕਾਹਦਾ ਹੈ? ਉਹਨੇ ਦਿੱਤੀ, ਉਹਨੂੰ ਹੱਕ ਹੈ ਲਿਜਾਣ ਦਾ। ਪਰ ਇਹ ਗੱਲ ਕਿਤੇ ਕਿਤੇ ਸਾਰੇ ਕਹਿਣਗੇ ਅਸੀਂ ਸਿੱਖ ਹਾਂ ਜੀ, ਅਸੀਂ ਗੁਰਸਿੱਖ ਹਾਂ ਜੀ। ਭਾਣਾ ਕੋਈ ਕੋਈ ਮੰਨਦਾ ਹੁੰਦਾ। ਸਾਧ ਸੰਗਤ ਜੀ, ਆਹ ਪਰਿਵਾਰ ਭਾਈ ਰਵਿੰਦਰ ਸਿੰਘ, ਭਾਈ ਤਰਨਜੀਤ ਸਿੰਘ,
ਗੁਰੂ ਕਿਆਂ ਦਾ ਭਾਣਾ ਸਤ ਕਰਕੇ ਮੰਨ, ਗੁਰਮੁਖ ਹੋਵੇ ਸੋ ਭਾਣਾ ਮੰਨੇ। ਉੱਥੇ ਆ ਜੀ ਆਪਣੀ ਵਿਚਾਰ ਤੇ ਵੀ ਆ ਪਾਠ ਕਿਉਂ ਕਰਾਉਂਦੇ ਆ, ਕੀਰਤਨ ਕਿਉਂ ਕਰਾਉਂਦੇ ਆ ਭੋਗਾਂ। ਗੁਰੂ ਅਮਰਦਾਸ ਮਹਾਰਾਜ ਨੇ ਸ਼ਬਦ ਉਚਾਰਿਆ 923 ਅੰਗ ਤੇ, ਸਤਿਗੁਰ ਭਾਣੇ ਆਪਣੇ ਬਹਿ ਪਰਿਵਾਰ ਸਦਾਇਆ। ਸਾਰੇ ਪਰਿਵਾਰ ਨੂੰ ਮੇਰੇ ਸਿੱਖੋ ਪੁੱਤੋ ਮੇਰੇ ਭਾਈ ਮੇਰੇ ਹਰ ਭਾਣਾ ਆਓ, ਸਾਰੇ ਧੀਆਂ ਪੁੱਤਰਾਂ ਨੂੰ ਇਕੱਠੇ ਕਰ। ਮਾਰੇ ਕਹਿੰਦੇ ਅਸੀਂ ਸਰੀਰ ਛੱਡ ਦੇਣਾ, ਸਾਡੇ ਮਗਰੋਂ ਕਿਸੇ ਨੇ ਰੋਣਾ ਨਹੀਂ, ਭਾਣਾ ਮੰਨਣਾ। ਮਤ ਮੈਂ ਪਿੱਛੇ ਕੋਈ ਰੋਵ ਸੀ, ਸੋ ਮੈਂ ਮੂਲ ਨਾ ਪਾਇਆ, ਮੇਰੀ ਉਹਦੇ ਤੇ ਖੁਸ਼ੀ ਨਹੀਂ ਹੋਏਗੀ। ਸੋ ਸਾਧ ਸੰਗਤ ਜੀ ਰੋਣਾ ਨਹੀਂ, ਭਾਣਾ ਬਣਨਾ। ਫਿਰ ਲਾਸਟ ਵਿੱਚ ਜਾ ਕੇ ਮਹਾਰਾਜ ਕਹਿੰਦੇ ਨੇ ਅੰਤੇ ਸਤਿਗੁਰ ਬੋਲਿਆ। ਅੰਤੇ ਮਤਲਬ ਸਰੀਰ ਛੱਡਣਾ ਗੁਰੂ ਅਮਰਦਾਸ ਮਾਨ। ਸਤਿਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ, ਕੇਸੋ ਗੋਪਾਲ ਪੰਡਤ ਸਦਿਆਹੋ, ਹਰ ਹਰ ਕਥਾ ਪੜ੍ਹੇ ਪੁਰਾਣ ਜੀ। ਮਾਰ ਕਹਿੰਦੇ ਮੇਰੇ ਵਕਤ ਦਾ ਟਾਈਮ ਹੋ ਗਿਆ, ਵਕਤੇ ਅੰਤ ਦਾ। ਮੈਂ ਅੰਤੇ ਵਕਤ ਤੁਹਾਨੂੰ ਇਹ ਬਚਨ ਕਰਦਾ, ਮੇਰੇ ਪਿੱਛੋਂ ਗੁਰਬਾਣੀ ਪੜ੍ਹਨੀ ਹੈ। ਮੈਂ ਮੇਰੇ ਪਿੱਛੋਂ ਕੀਰਤਨ ਕਰਿਓ। ਕੀਰਤਨ ਮਤਲਬ ਕੀਰਤੀ, ਬਾਣੀ ਪੜ੍ਹਨਾ ਵੀ ਇੱਕ ਕੀਰਤਨ ਹੈ, ਭਗਤੀ ਸਿਮਰਨ ਕਰਨਾ, ਸ਼ਬਦਾਂ 'ਚ ਕੀਰਤਨ ਕਰਨਾ ਇਹ ਵੀ ਇੱਕ, ਸਾਜ਼ਾਂ ਨਾਲ ਵੀ ਕਰਨਾ ਇਹ ਵੀ ਕੀਰਤਨ ਹੈ। ਬਾਣੀ ਪੜ੍ਹਨੀ ਵੀ ਕੀਰਤੀ ਹੁੰਦੀ। ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ, ਕੇਸੋ ਗੋਪਾਲ ਪੰਡਤ ਸਦਿਓ, ਹਰ ਹਰ ਕਥਾ ਪੜ੍ਹੇ ਪੁਰਾਣ ਜੀਓ। ਹੁਣ ਆਪਾਂ ਕਹਾਂਗੇ ਇੱਥੇ ਪੰਡਤਾਂ ਨੂੰ ਸੱਦਣ ਵਾਸਤੇ ਕਿਹਾ ਮਹਾਰਾਜ ਨੇ? ਨਹੀਂ। ਪੰਡਤ ਦੇ ਅਰਥ ਧਰਮ ਨਾਲ ਨਹੀਂ ਅਟੈਚ ਹੁੰਦੇ, ਪਰ ਪੰਡਤ ਦੇ ਅਰਥ ਨੇ ਵਿਦਵਾਨ। ਪੰਡਾ ਬੁੱਧੀ ਮੂੰਹ ਵਾਲੇ ਨੂੰ ਏਡਾ ਵਿਦਵਾਨ ਹੋਵੇ, ਵਿਦਵਤਾ ਦਾ ਮਾਲਕ। ਗੁਰੂ ਨਾਨਕ ਦੇ ਘਰ ਵਿੱਚ ਹੋਏ ਨੇ ਰਿਖੀਕੇਸ਼ ਵਾਲੇ ਮਹਾਂਪੁਰਸ਼ ਸੰਤ ਬਾਬਾ ਨਿੱਕਾ ਸਿੰਘ ਪੰਡਤ, ਏਡੇ ਵਿਦਵਾਨ ਸੀ। ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ, ਕੇਸੋ ਗੋਪਾਲ, ਉਹ ਕੇਸੋ ਅਕਾਲ ਪੁਰਖ ਸੋਹਣੇ ਨੱਕ ਜਿਨ ਲੰਬੜੇ ਵਾਲਾ। ਪੰਡਤ ਵਿਦਵਾਨਾਂ ਗੁਰਸਿੱਖਾਂ ਨੂੰ ਭੋਗ ਤੇ ਸੱਦਣਾ ਹੈ, ਉਹ ਗੁਰਬਾਣੀ ਬਾਰੇ ਦੱਸਣਗੇ। ਜਿਹੜੇ ਉਹ ਕਹਿੰਦੇ ਨਾ ਕੀਰਤਨ ਕਰੀ ਜਾਓ, ਕਥਾ ਤੋਂ ਥੋੜਾ ਜਿਹਾ ਉਹਨਾਂ ਨੂੰ ਸਾਧ ਸੰਗਤ ਔਖਾ ਜਿਹਾ ਕੰਮ ਲੱਗਦਾ, ਕਿਉਂ ਕਥਾ ਜੇ ਸੱਚ ਸੁਣਾਇਆ ਜਾਂਦਾ, ਸੱਚ ਸੁਣਨਾ ਔਖਾ ਹੁੰਦਾ, ਤਾਂ ਕਰਕੇ ਨਹੀਂ ਉਹ ਕਰਾਉਂਦੇ। ਪਰ ਮਹਾਰਾਜ ਗੁਰੂ ਅਮਰਦਾਸ ਮਹਾਰਾਜ ਦਾ ਹੁਕਮ ਹੈ ਵਿਦਵਾਨਾਂ ਨੂੰ ਸੱਦਣਾ, ਵਿਚਾਰਵਾਨ ਬਾਣੀ। ਪੰਡਤ ਸਦਿਓ ਹਰ ਹਰ ਕਥਾ ਪੜ੍ਹੇ ਪੁਰਾਣ ਜੀਓ, ਉਹ ਫਿਰ ਗੁਰੂ ਕੀਆਂ ਕਥਾ ਕਰਨਗੇ। ਸਾਧ ਸੰਗਤ ਜੀ ਜਿੱਦਣ ਬਾਬਾ ਬੁੱਢਾ ਜੀ, ਜਿਨ੍ਹਾਂ ਦੀ 125 ਸਾਲ ਉਮਰ, 125 ਸਾਲ ਪੂਰੇ ਹੋਏ ਨਾ, ਰਮਦਾਸ ਪਹਿਲਾਂ ਬੀੜ ਬਾਬਾ ਬੁੱਢਾ ਜੀ ਰਹਿੰਦੇ ਸੀ, ਉੱਥੋਂ ਹਰਿਮੰਦਰ ਸਾਹਿਬ ਪ੍ਰਕਾਸ਼ ਕਰਨ ਆਉਂਦੇ ਸੀ ਪੈਦਲ। ਤੇ ਜਦੋਂ ਸਰੀਰ ਛੱਡਿਆ ਉਦੋਂ ਰਮਦਾਸ ਸੀ ਮਹਾਰਾਜ ਬਾਬਾ ਬੁੱਢਾ ਜੀ, ਪਹਿਲੇ ਹੈੱਡ ਗ੍ਰੰਥੀ। 6ਵੇਂ ਪਾਤਸ਼ਾਹ ਨੂੰ ਇਹ ਮੈਸੇਜ ਭੇਜਿਆ, ਸੰਦੇਸ਼ ਵੀ ਮਹਾਰਾਜ ਤੁਹਾਨੂੰ ਯਾਦ ਕਰਦਾ। ਮਹਾਰਾਜ 6ਵੇਂ ਪਾਤਸ਼ਾਹ ਦੇ ਗੋਦ ਵਿੱਚ ਸਰੀਰ ਛੱਡਿਆ ਬਾਬਾ ਬੁੱਢਾ ਜੀ ਨੇ, ਬ੍ਰਹਮ ਗਿਆਨੀ ਬਾਬਾ ਬੁੱਢਾ। ਕਹਿੰਦੇ ਜੀ ਕਰਦਾ ਤੁਹਾਨੂੰ ਜਪਜੀ ਸਾਹਿਬ ਸੁਣਾਈਏ। ਹੁਣ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ, ਸਾਧ ਸੰਗਤ ਜੀ ਗੁਰੂ ਨਾਨਕ ਨੇ ਜਪਜੀ ਸਾਹਿਬ ਉਚਾਰਨ ਕੀਤਾ, ਸਾਰਿਆਂ ਨੂੰ ਪਤਾ। ਪਹਿਲੀ ਬਾਣੀ ਕਹਿੰਦੀ ਹੈ ਗੁਰੂ ਨਾਨਕ ਦੀ, ਕੋਈ ਗੁਰਸਿੱਖ ਹੋਏਗਾ ਜਿਹਨੂੰ ਨਾ ਪਤਾ ਹੋਵੇ। ਵੈਸੇ ਪਹਿਲੇ ਪਾਤਸ਼ਾਹ ਦੀ ਬਾਣੀ ਸਭ ਨੂੰ ਪਤਾ। ਪਹਿਲੇ ਪਾਤਸ਼ਾਹ ਵਰਗਾ ਪਾਠ ਕਦੀ ਕਿਸੇ ਨੂੰ ਉਚਾਰਿਆ ਹੋਵੇ ਕਿਹੜਾ ਗੁਰਸਿੱਖ ਹੈ? ਜਿਵੇਂ ਗੁਰੂ ਨਾਨਕ ਨੇ ਬਾਣੀ ਉਚਾਰੀ ਜਪਜੀ ਸਾਹਿਬ ਦੀ, ਉਵੇਂ ਪਾਠ ਕੀਤਾ ਹੋਵੇ ਕੋਈ ਹੈ ਗੁਰਸਿੱਖ? ਬ੍ਰਹਮ ਗਿਆਨੀ ਬਾਬਾ ਬੁੱਢਾ ਜੀ। ਤੁਸੀਂ ਆਖੋਗੇ ਕਦੋਂ? ਇਤਿਹਾਸ ਪੜ੍ਹੋ ਫਿਰ। ਜਦੋਂ 1604 ਵਿੱਚ ਭਾਦੋ ਸੁਦੀ ਏਕਮ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਕੀਤਾ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਨੇ, ਤੇ ਹੁਕਮਨਾਮਾ ਲਿਆ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਤੇ 5ਵੇਂ ਪਾਤਸ਼ਾਹ ਕਹਿੰਦੇ ਬਾਬਾ ਜੀ
ਜਿਵੇਂ 12 ਸਾਲ ਦੀ ਉਮਰ ਵਿੱਚ ਕੱਥੂ ਨੰਗਲ ਗੁਰੂ ਨਾਨਕ ਦੇ ਮੁਖ ਤੋਂ ਆਪਣੇ ਕੰਨਾਂ ਨਾਲ ਜਪਜੀ ਸਾਹਿਬ ਦਾ ਪਾਠ ਸੁਣਿਆ, ਹੂਬ ਹੂ ਉਵੇਂ ਹਰਿਮੰਦਰ ਸਾਹਿਬ ਵਿੱਚ ਸੁਣਾ ਦੋ। ਬਾਬਾ ਬੁੱਢਾ ਜੀ ਨੇ ਉਵੇਂ ਸੇਮ ਸਰੂਪ ਵੀ ਉਵੇਂ ਹੋ ਚੁੱਕਾ ਸੀ, ਮਹਾਰਾਜ ਵਰਗਾ, ਧੰਨ ਗੁਰੂ ਨਾਨਕ ਦੇਵ ਮਹਾਰਾਜ ਵਰਗਾ, ਚਿੱਟਾ ਦਾੜਾ, ਚਿੱਟਾ ਦਸਤਾਰਾ, ਚਿੱਟਾ ਬਾਣਾ। ਸਾਧ ਸੰਗੀ ਗੁਰੂ ਨਾਨਕ ਤਰ੍ਹਾਂ ਜਪਜੀ ਸਾਹਿਬ ਉਚਾਰਿਆ ਬਾਬਾ ਬੁੱਢਾ ਜੀ। ਅੱਜ ਕਹਿੰਦੇ ਨੇ ਰਮਦਾਸ ਜਦੋਂ ਸਰੀਰ ਛੱਡਣਾ, ਕਹਿੰਦੇ ਜਪਜੀ ਸਾਹਿਬ ਤੁਹਾਡੇ ਪਿਤਾ ਜੀ ਨੇ ਸੁਣਿਆ ਸੀ ਸਾਡੇ ਤੋਂ, ਸਾਡੀ ਇੱਛਾ ਕਿ ਤੁਸੀਂ ਵੀ ਸੁਣੋ। ਛੇਵੇਂ ਪਾਤਸ਼ਾਹ ਤਾਂ ਅੰਤਰਜਾਮੀ ਸਭ ਵਿਦ ਜਾਣੇ ਤਾਂ ਕਿਸ ਕੋ ਆਖ ਸੁਣਾਈ, ਜਾਣਦੇ ਨੇ ਸਭ। ਸ਼ੁਰੂ ਕਰਤਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆ ਸਚ ਜੁਗਾ ਸਚ ਹੈਪੀ ਸਚ ਨਾਨਕ ਹੋਸੀ ਭੀ ਸਚ। ਸ਼ੁਰੂ ਕਰ ਦਿੱਤਾ ਬਾਬਾ ਨੇ। ਤੇ ਛੇਵੇਂ ਪਾਤਸ਼ਾਹ ਨੇ ਜਦੋਂ ਇੱਕ ਓੰਕਾਰ ਸੁਣਿਆ ਨਾ, ਸਿਰ ਝੁਕਾ ਲਿਆ। ਪਾਠ ਸੁਣਦੇ ਜਾਂਦੇ ਨੇ, ਬਾਬਾ ਜੀ ਇੱਥੇ ਪਹੁੰਚ ਗਏ ਲਾਸਟ, ਜਿੱਥੇ 5 ਖੰਡ ਆਉਂਦੇ ਨੇ, ਧਰਮ ਖੰਡ, ਗਿਆਨ ਖੰਡ, ਸ਼ਰਮ ਖੰਡ, ਕਰਮ ਖੰਡ ਤੇ ਸੱਚ ਖੰਡ ਆਉਂਦੇ ਨੇ ਨਾ ਬਾਣੀ ਚ। ਇਹ ਤਰਤੀਬ ਹੈ ਸੱਚਖੰਡ ਜਾਣ ਦੀ। ਤੇ ਸਿੱਖਿਆ ਵੀ ਹੈ, ਜਿਹੜਾ ਧਰਮੀ ਉਹਨੂੰ ਗਿਆਨ ਹੋ ਸਕਦਾ, ਸਾਧ ਸੰਗਤ, ਬਿਨਾਂ ਧਰਮੀ ਨੂੰ ਗਿਆਨ ਹੀ ਨਹੀਂ ਹੋ ਸਕਦਾ। ਗੁਰ ਕੀ ਮਤ ਤੂੰ ਲੇਹ ਇਆਨੇ, ਇਆਣਾ ਹੈ ਤੂੰ ਅਜੇ। ਧਰਮ ਖੰਡ 'ਚ ਜਦੋਂ ਜਾਏਗਾ, ਧਰਮ ਧਾਰਨ ਕਰੇਗਾ। ਉਹ ਇੱਕ ਉੱਠਿਆ ਸੀ ਪ੍ਰਚਾਰਕ, ਚਲੋ ਜਦ ਤੱਕ ਉਹਨਾਂ ਨੇ ਪ੍ਰਚਾਰ ਕੀਤਾ ਸਲਾਘਾ ਯੋਗ, ਪਰ ਹੁਣ ਭਾਸ਼ਾ ਹੀ ਟੱਕਿਆਂ ਵਾਲਿਆਂ ਦੀ ਬੋਲਣ ਲੱਗ ਗਏ। RSS ਨੇ ਖਰੀਦ ਲਿਆ ਨਾ, ਸਿੱਖ ਇੱਕ ਲਹਿਰ ਥੀ, ਸਿੱਖ ਇੱਕ ਇਨਕਲਾਬ ਥਾ, ਮੱਤ ਮਾਰੀ ਗਈ। ਸਾਡੀ ਆਪਣੀ ਗੁਰਮੁਖੀ ਭੁੱਲ ਗਏ ਹੁਣ, ਜਿਹੜੀ ਗੁਰਮੁਖੀ ਨਾਲ ਸਾਰਾ ਕੁਝ ਬਣਿਆ, ਗੱਡੀਆਂ ਮੋਟਰਾਂ ਐਸ਼ੋ ਆਰਾਮ। ਆ ਸੰਗਤ ਨੇ ਕਿਰਪਾ ਕੀਤੀ ਸੀ ਨਾ, ਤੇ ਹੁਣ ਇਹ ਸੰਗਤ ਨੂੰ, ਇਹ ਸਿੱਖ ਧਰਮ ਨੂੰ ਕਹਿੰਦੇ ਇਹ ਸਿੱਖ ਤੇ ਇੱਕ ਲਹਿਰ ਥੀ, ਮੱਤ ਮਾਰੀ ਗਈ। ਟੱਕਿਆਂ ਦੇ ਭਾਵ ਵੇਗੇ ਨੇ, ਪਿੱਛੋਂ ਬੁਲਾ ਰਹੇ ਨੇ। ਹੁਣ ਪਹਿਲਾਂ ਗੁਰਮੁਖੀ ਚ ਹੀ ਬੁਲਾਇਆ, ਹੁਣ ਹਿੰਦੀ ਚ ਬੁਲਾ ਰਹੇ ਨੇ, ਅਟੈਕ ਕਰ ਰਹੇ ਨੇ ਸਾਡੇ ਤੇ। ਧਰਮ ਨਹੀਂ ਚਲਾਇਆ। ਭਾਈ ਗੁਰਦਾਸ ਦੀਆਂ ਵਾਰਾਂ ਪੜੋ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਮਾਰ ਲਿਖੀ। ਧਰਮ ਚਲਾਇਆ ਕਿ ਨਹੀਂ ਚਲਾਇਆ? ਗੁਰੂ ਗ੍ਰੰਥ ਸਾਹਿਬ ਮਾਰ ਦੀ ਬਾਣੀ ਪੜ ਲਓ, ਧਰਮ ਚਲਾਇਆ ਕਿ ਨਹੀਂ ਚਲਾਇਆ? ਜੇ ਨਾ ਆਇਆ ਫਿਰ ਮੰਨ ਲਿਓ ਗੁਰੂ ਨਾਨਕ ਨੇ ਧਰਮ। ਵੈਸੇ ਜੇ ਆਪਾਂ ਧਰਮ ਤਾਂ ਚੱਲੇ ਪਹਿਲਾਂ ਵੀ, ਅਸਲ ਧਰਮ ਜੇ ਮੈਨੇ ਸਿਖਾਏ ਨੇ ਤਾਂ ਗੁਰੂ ਨਾਨਕ ਨੇ ਧਰਮ ਚਲਾ ਕੇ ਸਿਖਾਏ ਨੇ। ਧਰਮ ਨਾਂ ਦੇ ਹੀ ਚੱਲੇ, ਪਰ ਜਿਹੜੇ ਪ੍ਰਵਕਤਾ ਵਾਲੇ ਧਰਮ ਧਾਰਨ ਕਰਨ ਵਾਲੇ ਤਾਂ ਫਿਰ ਗੁਰੂ ਨਾਨਕ ਦੇ ਹੀ ਹੋਏ ਨੇ। ਧਰਮ ਦੀ ਡੈਫੀਨੇਸ਼ਨ ਸੁਣੋ। ਧਰਮ ਦੇ ਅਰਥ ਨੇ ਧਾਰਨੇ ਕਰਨੇ ਯੋਗ ਗੁਣ। ਧਾਰਨੇ ਕਰਨੇ ਯੋਗ, ਧਰਮ ਪਵਿੱਤਰ ਕਰ ਦਿੰਦਾ ਹੈ। ਧਰਮ ਸੋ ਸਾਧ ਸੰਗੀ, ਧਰਮ ਪਹਿਲਾਂ ਧਰਮ ਧਾਰਨ ਕਰੇ, ਫਿਰ ਉਹ 5 ਪਿਆਰੇ ਸਿੱਖਿਆ ਦਿੰਦੇ ਨਾ, ਇੰਜ ਕਰਨਾ, ਰਹਿਤ ਧਾਰਨ ਕਰਨੀ ਹੈ, ਕੁਰੈਤ ਛੱਡਣੀ ਹੈ। ਤੇ ਫਿਰ ਸਾਨੂੰ ਕਿਹਾ ਵੀ ਜਿਹੜਾ ਕੁਰੈਤ ਕਰਦੇ ਉਹਦੇ ਨਾਲ ਕੋਈ ਸਾਂਝ ਨਹੀਂ ਰੱਖਣੀ ਸਿੱਖ ਨੇ। ਵੇਖੋ 10ਵੇਂ ਪਾਤਸ਼ਾਹ ਮਹਾਰਾਜ ਨੇ ਕਿਹਾ ਸੀ, ਗੁਰੂ ਗੋਬਿੰਦ ਸਿੰਘ ਮਹਾਰਾਜ। ਅਸੀਂ ਧੱਜੀਆਂ ਉਡਾਉਂਦੇ ਹਾਂ ਫਿਰ ਮਰਿਆਦਾ ਦੀ, ਗੁਰੂ ਕਹਿੰਦੀ, ਪਰ ਗੁਰੂ ਦੀ ਖੁਸ਼ੀ ਉਹਦੇ ਤੇ ਹੀ ਹੋਣਾ ਜਿਹੜਾ ਗੁਰੂ ਵਿੱਚ, ਗੁਰੂ ਦੀ ਕਹਿਣੀ ਵਿੱਚ ਆਏਗਾ। ਸੇਵਕ ਸਿੱਖ ਪੂਜਨ ਸਭ ਆਵੇਂ, ਸਭ ਗਾਵੇਂ ਹਰ ਹਰ ਉਤਮ ਬਾਣੀ। ਗਾਵਿਆ ਸੁਣਿਆ ਤਿਨਕਾ ਹਰ ਥਾਏ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਜਿਨ੍ਹਾਂ ਨੇ ਗੁਰੂ ਦੀ ਆਗਿਆ ਸਤ ਸਤ ਕਰਕੇ ਮੰਨੀ ਹੈ, ਉਹਨਾਂ ਦਾ ਥਾਇਆ ਪਿਆ, ਪਾਠ ਸੁਣਿਆ, ਗੁਰੂ ਘਰ ਆਇਆ। ਬਾਬਾ ਬੁੱਢਾ ਜੀ ਧਰਮ ਖੰਡ ਤੇ ਪਹੁੰਚ ਗਏ ਨੇ। ਧਰਮ ਨਹੀਂ ਹੁੰਦਾ ਜੀ, ਤੇ ਜਪਜੀ ਸਾਹਿਬ ਜੀ ਧਰਮ ਐਵੇਂ ਹੀ ਆ ਗਏ। ਧਰਮ ਖੰਡ ਜਦੋਂ ਧਰਮ ਧਾਰਨ ਕਰੇਗਾ, ਫਿਰ ਗਿਆਨ ਦੀ ਅਵਸਥਾ ਆਏਗੀ, ਵਿਵੇਕ ਬੁੱਧ ਹੋਏਗੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ।
ਧਰਮ ਤੋਂ ਬਾਅਦ ਗਿਆਨ ਆਉਂਦਾ, ਗਿਆਨ। ਫਿਰ ਅੱਗੇ ਆਉਂਦਾ ਜਪਜੀ ਸਾਹਿਬ ਤੇ ਕਰਮ ਖੰਡ, ਸ਼ਰਮ ਖੰਡ। ਸ਼ਰਮ ਕਹਿੰਦੇ ਲੱਜਾ, ਬੁਰੇ ਕੰਮਾਂ ਤੋਂ ਲੱਜਾ ਆ ਜਾਣੀ, ਇਹ ਨਹੀਂ ਕਰਨੇ ਮਾੜੇ ਕਰਮ ਨੇ। ਗਿਆਨ ਆਇਆ, ਫਿਰ ਸ਼ਰਮ ਹਿਆਤ ਆ ਗਈ, ਫਿਰ ਕਰਮ ਖੰਡ ਕੀ ਬਾਣੀ ਜੋਰ। ਜਦੋਂ ਬਾਣੀ ਬੰਦਗੀ ਪੜਦਾ ਹੈ, ਜ਼ੋਰਦਾਰ ਬਾਣੀ, ਭਗਤ ਮੁਖੇ ਤੇ ਬੋਲਦੇ ਸੇ ਵਚਨ ਹੋਵੰਦੇ। ਫਿਰ ਵਚਨ ਸੱਤ ਹੋਣ ਲੱਗਦੇ ਨੇ ਬਾਣੀ ਪੜਨ ਵਾਲੇ ਦੀ। ਸੁਤੇ ਸਿੱਧ, ਮਹਾਰਾਜ ਦੀ ਕਿਰਪਾ ਵਰਦੀ। ਅੱਗੇ ਬਾਬਾ ਬੁੱਢਾ ਜੀ ਪਹੁੰਚ ਗਏ ਨੇ ਕਰਮ ਖੰਡ, ਸੱਚਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ। ਸੱਚਖੰਡ ਦੇ ਦਰਵਾਜ਼ੇ ਦੇ ਅੱਗੇ ਇੰਜ ਪਹੁੰਚ ਗਏ ਨੇ। ਛੇਵੇਂ ਪਾਤਸ਼ਾਹ ਮਾਰ ਕਹਿੰਦੇ ਜਪਜੀ ਸਾਹਿਬ ਨਹੀਂ ਸਿੱਖੋ, ਬਾਬਾ ਬੁੱਢਾ ਜੀ ਤਾਂ ਪਹੁੰਚ ਗਏ ਨੇ ਸੱਚਖੰਡ ਦੇ ਦਰਵਾਜ਼ੇ ਦੇ ਅੱਗੇ। ਜਦੋਂ ਫਿਰ ਜਿਨੀ ਨਾਮ ਤੇ ਆਇਆ, ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ। ਬਾਬਾ ਜੀ ਨੇ ਸਵਾਸ ਛੱਡ ਦਿੱਤੇ ਗੁਰੂ ਹਰਗੋਬਿੰਦ ਮਹਾਰਾਜ ਦੇ ਚਰਨਾਂ ਦੀ ਗੋਦ ਵਿੱਚ। ਇੱਕ ਬਚਨ ਕਿਹਾ ਸੀ, ਇੱਕ ਬਚਨ ਕਰ ਦੋ ਬੁੱਢਿਆ ਤੈਨੂੰ ਬਖਸ਼ਿਆ। ਕਹਿੰਦੇ ਬਾਬਾ ਜੀ ਤੁਹਾਡੇ ਬਚਨਾਂ ਨਾਲ ਮੇਰਾ ਜਨਮ ਹੋਇਆ, ਨਾਂ ਤੁਸੀਂ ਰੱਖਿਆ, ਐਜੂਕੇਸ਼ਨ ਮੈਨੂੰ ਤੁਸੀਂ ਦਿੱਤੀ ਹੈ ਸਾਰੀ, ਗੁਰਮੁਖੀ, ਸ਼ਾਸਤਰ ਵਿਦਿਆ, ਘੋੜ ਸਵਾਰ। ਐ ਨਾ ਕਹੋ। ਕਹਿੰਦੇ ਨਹੀਂ ਕਹੋ, ਬੁੱਢਿਆ ਤੈਨੂੰ ਬਖਸ਼ਿਆ। ਛੇਵੇਂ ਪਾਤਸ਼ਾਹ ਮਹਾਰਾਜ ਨੇ ਕਿਹਾ ਤੇ ਸਵਾਦ ਜਿਹੜਾ ਅਖੀਰਲਾ ਸੀ ਉਹ ਵੀ ਨਿਕਲ ਗਿਆ। ਫਿਰ ਛੇਵੇਂ ਪਾਤਸ਼ਾਹ ਨੇ ਆਪਣੇ ਹੱਥੀ ਇਸ਼ਨਾਨ ਕਰਾਇਆ, ਆਪਣੇ ਹੱਥੀ। ਅੱਜ ਜਦੋਂ ਆਪਾਂ ਜੀਵ ਪੂਰਾ ਹੁੰਦਾ ਨਾ, ਇਸ਼ਨਾਨ ਕਰਾ ਕੇ ਅਰਥੀ ਲੈ ਕੇ ਜਾਂਦੇ ਆ। ਵੇਖੋ ਬੰਦਾ ਚੱਲਿਆ, 4 ਜਣਿਆਂ ਦੇ ਕੰਨ। ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ, ਅਮਲ ਹੀ ਆਉਂਦੇ ਨੇ। ਅੱਜ ਯਾਦ ਕਰਦੇ ਨਾ ਮਾਤਾ ਕੁਲਵੰਤ ਕੌਰ ਕਿੰਨੀ ਚੰਗੀ ਸੀ। ਸਾਰੇ ਪਿੰਡ 'ਚ ਕੋਈ ਨਹੀਂ ਕਹਿ ਸਕਦਾ ਵੀ ਉਹਨੇ ਮੈਨੂੰ ਕਦੀ ਗਲਤ ਬੋਲਿਆ, ਉੱਚਾ ਬੋਲਿਆ, ਕਿਸੇ ਨਾਲ ਲੜੀ ਹੋਵੇ, ਕਿਸੇ ਦੀ ਚੁਗਲੀ ਕੀਤੀ ਹੋਵੇ। ਸੁਤੇ ਸਿੱਧੀ ਮਾਈਆਂ ਦੀ ਆਦਤ ਹੁੰਦੀ ਹੈ ਨਿੱਦੀ, ਉਹਨਾਂ ਵਿੱਚ ਇਹ ਗੱਲ ਹੀ ਨਹੀਂ ਸੀ। ਇੰਨੀ ਨੇਕ। ਸੋ ਸਾਧ ਸੰਗਤ ਜੀ, ਅਰਥੀ ਨੂੰ ਮੋਢਾ ਦਿੱਤਾ ਛੇਵੇਂ ਭਾਈ ਗੁਰਦਾਸ, ਭਾਈ ਬੱਲੂ, ਬ੍ਰਹਮ ਗਿਆਨੀ ਗੁਰਸਿੱਖ ਲੱਗਦੇ। ਛੇਵੇਂ ਪਾਤਸ਼ਾਹ ਆਪਣੇ ਹੱਥੀ ਇੱਕ ਇੱਕ ਲੱਕੜ ਚਿਣਦੇ ਨੇ, ਅੰਗੀਠਾ ਤਿਆਰ ਕਰਦੇ। ਅੰਗੀਠਾ ਤਿਆਰ ਕਰਕੇ ਛੇਵੇਂ ਪਾਤਸ਼ਾਹ ਨੇ ਆਪਣੇ ਹੱਥੀ ਗੋਦ ਵਿੱਚ ਬਾਬਾ ਬੁੱਢਾ ਜੀ ਦਾ ਸਰੀਰ ਲੈ ਕੇ ਉੱਤੇ ਅੰਗੀਠੇ ਦੇ ਉੱਤੇ ਬਿਰਾਜਮਾਨ ਕਰ ਦਿੱਤਾ ਬਾਬਾ ਬੁੱਢਾ ਜੀ ਦਾ ਸਿਰ। ਅੱਜ ਇੱਕ ਇੱਕ ਗੱਲ ਛੇਵੇਂ ਪਾਤਸ਼ਾਹ ਨੂੰ ਯਾਦ ਆਉਂਦੀ ਹੈ। ਮਾਤਾ ਗੰਗਾ ਨੇ ਸੁਣਿਆ ਸੀ ਪਿਤਾ ਜਿਵੇਂ ਗਈ ਤੁਹਾਡੀ ਸੇਵਾ ਕੀਤੀ, ਵਰ ਲਿਆ ਮੇਰੇ ਵਾਸਤੇ ਵਰ ਦਿੱਤੇ ਬਾਬਾ ਜੀ ਨੇ। 5 ਪਿਆਲੇ 5 ਪੀਰ, ਛਟਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੇ ਮੂਰਤ ਅਰ ਗੋਵਿੰਦ ਸਵਾਰੀ, ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ, ਦਲ ਭੰਜਨ ਗੁਰ ਸੂਰਮਾ ਬੜ ਯੋਧਾ ਬਹੁ ਪਰ। ਮਾਂ ਇਹ ਐਸਾ ਸੂਰਮਾ ਤੇਰੇ ਘਰ ਆਏਗਾ ਜਿਹੜਾ ਗੁਰੂ ਘਰ ਚੜ ਕੇ ਆਏ ਕਰੇਗਾ, ਲਾ ਕੇ ਭੇਜਿਆ ਕਰੇਗਾ। 4 ਜੰਗ ਕੀਤੇ ਛੇਵੇਂ। ਐਡਾ ਸਰੀਰ ਬਲਵਾਨ, 2 ਘੋੜੇ ਮਹਾਰਾਜ ਦੀ ਸਵਾਰੀ ਕਰਾਉਂਦੇ ਨੇ, ਇੱਕ ਹੰਭ ਜਾਂਦਾ, 9 ਮਣ ਕੱਚੇ ਦਾ ਮਹਾਰਾਜ ਦਾ ਸਰੀਰ। ਜਦੋਂ ਪੈਂਡੇ ਖਾਨ ਨੂੰ 3 ਵਾਰ ਕਰ ਲੈਣਾ ਮਹਾਰਾਜ ਨੇ, ਜਦੋਂ ਕੀਤਾ ਸੀ ਧਰਤੀ ਨਾਲ ਲੱਥਪੱਥ ਕਰਤਾ ਸੀ ਮਹਾਰਾਜ। ਐਸਾ ਵਾਰ ਬੜਾ ਘੱਟ ਕਰਦੇ ਸੀ, ਜਦੋਂ ਕਰਦੇ ਸੀ ਫਿਰ ਧਰਤੀ ਦੇ ਨਾਲ ਹੀ ਲਾ ਦਿੰਦੇ ਸੀ। ਐਡੇ ਬਲੀ, ਐਡੇ ਸੂਰਬੀਰ ਸੱਚੇ ਪਾਤਸ਼ਾਹ। ਜੇ ਗੁਲਾਮੀ ਦੀਆਂ ਸਦੀਆਂ ਤੋਂ ਜੰਜੀਰਾਂ ਕੱਟੀਆਂ ਨੇ ਤਾਂ ਛੇਵੇਂ ਪਾਤਸ਼ਾਹ ਮਹਾਰਾਜ ਨੇ ਕੱਟੀਆਂ। ਸੋ ਸਾਧ ਸੰਗਤ ਜੀ, ਕੱਲੀ ਕੱਲੀ ਗੱਲ ਜਦੋਂ ਮੇਰੇ ਪਿਤਾ ਨੇ ਕਿਹਾ ਨਾ ਤੁਸੀਂ ਰੱਖਣਾ ਹੈ ਤੁਹਾਡੇ ਬਚਨਾਂ ਨਾਲ, ਬਾਬਾ ਬੁੱਢਾ ਜੀ ਨੇ ਗੋਦ 'ਚ ਲੈ ਕੇ ਕਿਹਾ ਸੀ ਇਹ ਮੇਰਾ ਹਰਗੋਬਿੰਦ। ਛੇਵੇਂ ਪਾਤਸ਼ਾਹ ਦਾ ਨਾਂ ਗੁਰੂ ਅਰਜਨ ਦੇਵ ਮਹਾਰਾਜ ਨੇ ਨਹੀਂ ਰੱਖਿਆ, ਬਾਬਾ ਬੁੱਢਾ ਜੀ ਨੇ ਰੱਖਿਆ। ਜਦੋਂ 7 ਵਰਿਆਂ ਦੇ ਹੋਏ, 6-7, ਪੜਾਏਗਾ ਕੌਣ? ਛੇਵੇਂ ਪਾਤਸ਼ਾਹ। 5ਵੇਂ ਪਾਤਸ਼ਾਹ ਕਹਿੰਦੇ ਬਾਬਾ ਬੁੱਢਾ। ਬਾਬਾ ਬੁੱਢਾ ਜੀ ਕਹਿੰਦੇ ਮੈਂ ਤਾਂ ਖੇਤੀ ਕਰਨ ਵਾਲਾ ਜੱਟ ਬੰਦਾ, ਡੰਗਰ ਚਾਰਨ ਵਾਲਾ, ਮੈਨੂੰ ਵਿਦਿਆ ਕਿਹੜੀ? 5ਵੇਂ ਪਾਤਸ਼ਾਹ ਕਹਿੰਦੇ ਜਿਹੜੇ ਉਹ ਵਿਦਿਆ ਪੜਾ ਦੋ ਜਦੋਂ ਤੁਹਾਨੂੰ 12 ਸਾਲ ਦੀ ਉਮਰ ਵਿੱਚ ਗੁਰੂ ਨਾਨਕ ਮਿਲਿਆ ਤੇ ਤੁਹਾਨੂੰ ਪੁੱਛਿਆ ਇਹ ਛੋਟੀ ਜੀ ਉਮਰ ਵਿੱਚ ਕਿਵੇਂ ਆਏ? ਜਦੋਂ ਸੁਣ ਕੇ ਗੁਰੂ ਨਾਨਕ ਨੇ ਕਿਹਾ ਸੀ ਤੂੰ ਬੂੜਾ ਨਹੀਂ, ਤੂੰ ਤਾਂ
ਬੁੱਢਾ 12 ਸਾਲ ਦੀ ਉਮਰ ਵਿੱਚ ਖਿਤਾਬ ਮਿਲਿਆ ਬੁੱਢੇ ਦਾ, ਸਿਆਣੇ ਦਾ, ਮੇਰੇ ਪੁੱਤਰ ਨੂੰ ਉਹੀ ਵਿਦਿਆ ਪੜ੍ਹਾ ਦੋ। 34 ਲਿਖੀਆਂ ਨੇ ਇਤਿਹਾਸ ਨੇ, ਪਰ ਗਿਆਨੀ ਪਿੰਦਰਪਾਲ ਸਿੰਘ ਜੀ ਕਹਿੰਦੇ ਨੇ ਪੰਥ ਦੇ ਮਹਾਨ ਵਿਦਵਾਨ 64 ਵਿਦਿਆ, 64 ਵਿਦਿਆ ਬਾਬਾ ਬੁੱਢਾ ਜੀ ਨੇ 6ਵੇਂ ਪਾਏ। ਅੱਜ ਕੱਲੀ ਕੱਲੀ ਗੱਲ ਯਾਦ ਆਉਂਦੀ ਜਦੋਂ ਬਾਬਾ ਬੁੱਢਾ ਜੀ ਦੀ ਚਿਖਾ ਤਿਆਰ ਕੀਤੀ ਜਾ ਰਹੀ, ਸਰੀਰ ਨੂੰ ਰੱਖਿਆ ਗਿਆ ਅੰਗੀਠੇ ਦੇ ਉੱਤੇ, ਚਿਖਾ ਦੇ ਉੱਤੇ। ਸਾਧ ਸੰਗਤ ਜੀ, ਗੁਰੂ 6ਵੇਂ ਪਾਤਸ਼ਾਹ ਦਾ 9 ਸਾਲ ਦਾ ਪੁੱਤਰ ਪੂਰਾ ਹੋਇਆ ਸੀ, 9 ਸਾਲ ਦਾ। ਤੁਸੀਂ ਜਾਓਗੇ ਨਾ ਹਰਿਮੰਦਰ ਸਾਹਿਬ, ਲੰਗਰ ਵਾਲੀ ਸਾਈਡ ਜਿਹਨੂੰ ਸਾਹਮਣੇ 9 ਮੰਜ਼ਲੀ ਜਿਹੜਾ ਨਾ ਬਾਬਾ ਟਲ ਰਾਏ, ਉਹ 9 ਮੰਜ਼ਲੀ ਇਹ ਗੱਲ ਦੇ ਪ੍ਰਤੀਕ ਨੇ ਮੰਜ਼ਲਾਂ ਵੀ 6ਵੇਂ ਪਾਤਸ਼ਾਹ ਦਾ ਸੁਪੁੱਤਰ 9 ਸਾਲਾਂ ਦਾ ਪੂਰਾ ਹੋਇਆ। ਬਾਬਾ ਟਲ ਰਾਏ ਜਦੋਂ ਪੂਰੇ ਹੋਏ ਸੀ 6ਵੇਂ ਪਾਤਸ਼ਾਹ, ਅੱਖਾਂ 'ਚ ਪਾਣੀ ਨਹੀਂ ਆਇਆ ਸੀ। 9 ਸਾਲ ਦਾ ਪੁੱਤਰ, ਜਿਸ ਦਿਨ ਬਾਬਾ ਬੁੱਢਾ ਜੀ ਪੂਰੇ ਹੋਏ ਸੀ ਤੇ ਅੱਖਾਂ ਵਿੱਚ ਜਲ ਆ ਗਿਆ ਸੀ। ਇੰਨਾ ਪਿਆਰ ਸਿੱਖਾਂ ਨੂੰ। ਜਾਂ ਜਦੋਂ ਬਾਬਾ ਬਿਧੀ ਚੰਦ ਨੇ ਸਰੀਰ ਛੱਡਣਾ ਸੀ, ਸੁੰਦਰ ਸ਼ਾਹ ਫਕੀਰ ਨੂੰ ਬਚਨ ਕੀਤੇ ਸੀ ਇਕੱਠੇ ਸਰੀਰ ਛੱਡਾਂਗੇ, ਉਦਨ ਮਹਾਰਾਜ ਦੇ ਅੱਖਾਂ ਵਿੱਚ ਜਲ ਆਇਆ ਸੀ। ਇੰਨਾ ਪਿਆਰ ਕੀਤਾ ਮਹਾਰਾਜ। ਹੁਣ ਜਿਹੜੀ ਪਿਤਾ ਪੁਰਖੀ ਚੱਲੀ ਆਉਂਦੀ ਮਰਿਆਦਾ, ਬਾਬਾ ਬੁੱਢਾ ਜੀ ਦਾ ਪੁੱਤਰ ਸੀ ਭਾਨਾ, ਉਹਨੂੰ ਕਿਹਾ ਲਾਂਬੂ ਨਹੀਂ ਤਿਆਰ ਕਰਦੇ ਉੱਤੇ ਪਰਾਲੀ ਬੰਨ ਕੇ, ਉਹਨੂੰ ਲਾਂਬੂ ਕਹਿੰਦੇ ਨੇ ਗੁਰਮਰਿਆਦਾ ਵਿੱਚ। ਉਹ ਲਾਂਬੂ ਫੜਾਇਆ ਗਿਆ, ਐ ਲਾਉਂਦੇ ਨੇ। ਭਾਈ ਭਾਨੇ ਦੇ ਨਾਲ ਹੱਥ 6ਵੇਂ ਪਾਤਸ਼ਾਹ ਨੇ, ਤੇਰੇ ਪਿਤਾ ਜੀ ਸਾਨੂੰ ਕਹਿ ਕੇ ਗਏ ਸੀ ਦਾਤਾ ਤੇਰੇ ਬਿਨਾ ਸਾਡਾ ਕੋਈ ਨਹੀਂ ਸੀ, ਮੇਰੇ ਪੁੱਤਰਾਂ ਦਾ ਖਿਆਲ ਰੱਖ। ਤੇਰੇ ਪਿਤਾ ਜੀ ਬਾਬਾ ਬੁੱਢਾ ਜੀ ਕਹਿ ਗਏ ਸੀ। ਮੋਢੇ ਤੇ ਹੱਥ ਰੱਖਦੇ ਨੇ, ਰੋਣਾ ਨਹੀਂ, ਸਾਡੀ ਛਤਰ ਛਾਇਆ ਤੁਹਾਡੇ ਉੱਤੇ ਬਣੀ ਰਹੇਗੀ। ਨਾਲ ਹੱਥ ਪਾਉਂਦੇ ਨੇ, ਲਾਂਬੂ ਲਾ ਦਿੰਦੇ ਨੇ। ਸੋ ਸਾਧ ਸੰਗਤ ਜੀ, ਭਾਣਾ ਮੰਨਣ ਵਾਸਤੇ ਕਿਹਾ 6ਵੇਂ ਪਾਤਸ਼ਾਹ ਨੇ ਵੀ ਰੋਣਾ ਨਹੀਂ, ਭਾਣਾ ਮੰਨ। ਫਿਰ ਕਹਿੰਦੇ 6ਵੇਂ ਪਾਤਸ਼ਾਹ ਹਰਿਮੰਦਰ ਸਾਹਿਬ ਗਏ ਨਹੀਂ। ਸਹਿਜ ਪਾਠ ਕਿੱਥੋਂ ਚੱਲਿਆ ਜੀ, ਕਿੰਨੇ ਕੀਤਾ ਜੀ ਪਾਠ, ਖੰਡ ਪਾਠ ਕਦੋਂ ਹੋਇਆ ਜੀ, ਕੋਈ ਮਰਿਆਦਾ ਹੈ? ਕਹਿੰਦੇ ਐਵੇਂ ਆਪਣੇ ਆਪ ਹੀ ਚਲਾਈ ਜਾਂਦੇ ਹੋ, ਸੁਣ ਲਿਆ ਕਰੋ ਇਤਿਹਾਸ ਵੀ ਕਦੀ, ਫਿਰ ਤੁਹਾਨੂੰ ਜਵਾਬ ਵੀ ਮਿਲ ਜਾਏਗਾ। ਖੰਡ ਪਾਠ ਉਦੋਂ ਹੋਇਆ ਸੀ ਜਦੋਂ 10ਵੇਂ ਪਾਤਸ਼ਾਹ ਨੇ ਸਾਰਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪਣੇ ਅਨੁਭਵ ਨਾਲ ਸਾਬੋ ਕੀ ਤਲਵੰਡੀ ਤਿਆਰ ਕੀਤਾ ਸੀ, ਉਦੋਂ ਖੰਡ ਪਾਠ ਹੋਇਆ ਸੀ। ਸਹਿਜ ਪਾਠ ਭਾਈ ਗੁਰਦਾਸ ਨੇ ਕੀਤਾ ਬਾਬਾ ਬੁੱਢਾ ਜੀ ਦੇ ਪੂਰੇ ਹੋਣ ਤੇ, ਫਿਰ ਸਹਿਜ ਪਾਠ ਹੀ ਹੁੰਦੇ ਰਹੇ ਨੇ। ਇਸ ਕਰਕੇ ਸੋ ਸਾਧ ਸੰਗਤ ਜੀ, ਸਹਿਜ ਪਾਠ 10 ਦਿਨ ਆਪਣੇ ਤਾਂ ਹੀ ਇਹ 10 ਦਿਨ ਰੱਖਦੇ ਆਏ ਨੇ ਭੋਗ ਦੇ ਵਿੱਚ, ਇਹ ਉਦੋਂ ਤੋਂ ਚੱਲੀ ਆ ਰਹੀ ਹੈ। 10ਵਾਂ ਦੁਸਹਿਰਾ, ਉਦੋਂ ਤੱਕ 6ਵੇਂ ਪਾਤਸ਼ਾਹ ਮਹਾਰਾਜ ਉੱਥੇ ਹੀ ਰਹੇ ਸੀ। ਤੁਸੀਂ ਆਖੋਗੇ ਉਦੋਂ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਇਆ ਨਹੀਂ, ਕਿਉਂ? ਪਹਿਲਾ ਗੁਰੂ ਭਾਗ ਜਿਹੜਾ ਸੀ ਮਹਾਰਾਜ ਦਾ ਤਿਆਰ ਹੋ ਚੁੱਕਾ ਸੀ। ਗੁਰਤਾ ਗੱਦੀ ਨਹੀਂ ਸੀ, ਪ੍ਰਕਾਸ਼ ਹਰਿਮੰਦਰ ਸਾਹਿਬ ਹੋ ਚੁੱਕਾ ਸੀ, ਪਹਿਲਾ ਸਰੂਪ ਮਹਾਰਾਜ ਦਾ ਤਿਆਰ ਹੋ ਚੁੱਕਾ ਸੀ, ਜਾਪ ਹੋਇਆ ਸੀ। ਸਾਧ ਸੰਗਤ ਜੀ, ਫਿਰ ਮਹਾਰਾਜ ਨੇ ਕਿਹਾ ਭਾਣਾ ਮੰਨਣਾ ਹੈ। ਤੇ ਜਿਹੜੇ ਸ਼ਬਦ ਆਪਾਂ ਪੜ੍ਹ ਰਹੇ ਸੀ, ਅੰਤੇ ਸਤਿਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ, ਕੇਸੋ ਗੋਪਾਲ ਪੰਡਤ ਸਦਿਓ, ਹਰ ਹਰ ਕਥਾ ਪੜ੍ਹੈ ਪੁਰਾਣ ਜੀਓ। ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਸਾਡੇ ਮਗਰੋਂ ਰੋਣਾ ਨਹੀਂ ਕਿਸੇ ਨੇ, ਭਾਣਾ ਮੰਨਣਾ। ਗੋਇੰਦਵਾਲ ਮਹਾਰਾਜ ਦਾ ਅੰਗੀਠਾ ਤਿਆਰ ਕੀਤਾ ਗਿਆ, ਸੰਸਕਾਰ ਕਰ ਦਿੱਤਾ ਗੁਰੂ ਅਮਰਦਾਸ ਮਹਾਰਾਜ ਦਾ। 5ਵੇਂ ਪਾਤਸ਼ਾਹ ਪੋਥੀਆਂ ਲੈਣ ਗਏ ਗੋਇੰਦਵਾਲ, ਬਾਬਾ ਮੋਹਨ ਗੁਰੂ ਅਮਰਦਾਸ ਮਹਾਰਾਜ ਦਾ ਪੁੱਤਰ, ਪੋਥੀਆਂ ਲੈ ਕੇ ਫਿਰ ਜਿੱਥੇ ਅੰਗੀਠਾ ਮਹਾਰਾਜ ਦਾ ਗੁਰੂ ਅਮਰਦਾਸ ਮਹਾਰਾਜ ਦਾ ਸੰਸਕਾਰ ਹੋਇਆ ਉੱਥੇ ਰੁਕੇ। ਉੱਥੇ ਬੈਠੇ ਸੀ ਬਾਬਾ ਸੁੰਦਰ ਜੀ, ਪੜਪੋਤਾ ਲੱਗਦਾ ਗੁਰੂ ਅਮਰਦਾਸ ਮਹਾਰਾਜ ਦਾ। ਕਹਿਣ ਲੱਗੇ ਗੁਰੂ ਅਮਰਦਾਸ ਮਹਾਰਾਜ ਕੀ ਉਪਦੇਸ਼ ਕਰ ਗਏ? ਇਹ ਰਾਮਕਲੀ ਸੱਦ ਬਾਣੀ ਉਦੋਂ ਬਾਬਾ ਸੁੰਦਰ ਜੀ ਨੇ ਸ਼ਬਦ ਸੁਣਾਇਆ, ਸਾਰਾ ਹੈ ਗੁਰੂ ਅਮਰਦਾਸ ਮਹਾਰਾਜ ਦੀ ਬਾਣੀ ਸੁਣਾਈ ਬਾਬਾ ਸੁੰਦਰ ਜੀ ਨੇ। ਤੇ ਇਸ ਕਰਕੇ 5ਵੇਂ ਪਾਤਸ਼ਾਹ ਨੇ ਫਿਰ ਬਾਬਾ ਸੁੰਦਰ ਦੀ ਮੋਹਰੇਠ ਬਾਣੀ ਦਰਜ ਕੀਤੀ ਹੈ। ਚੌਥਾ ਗੁਰਸਿੱਖ ਜਿਹੜੇ 4 ਗੁਰਸਿੱਖਾਂ ਦੀ ਬਾਣੀ ਦਰਜ, ਉਦੋਂ ਮਹਾਰਾਜ ਫਿਰ ਉਹ ਬਾਣੀ ਲੈ ਕੇ ਆਏ, ਫਿਰ ਦਰਜ ਕੀਤੀ। ਸੋ ਇੰਨੀ ਕੁ ਹਾਜ਼ਰੀ ਪ੍ਰਵਾਨ ਕਰਿਓ।
1 ਵਜੇ ਸਾਰੀ ਸਮਾਪਤੀ ਹੈ। 1 ਵਜਣ ਦੇ ਵਿੱਚ 20 ਮਿੰਟ ਬਾਕੀ ਨੇ। ਆਨੰਦ ਸਾਹਿਬ, ਅਰਦਾਸ, ਹੁਕਮਨਾਮਾ ਤੇ ਗੁਰੂ ਕੀ ਦੇਗ। ਦੇਗ ਤੋਂ ਬਾਅਦ ਹੀ ਸਮਾਪਤੀ ਹੈ ਨਾ। ਫਿਰ 1 ਵੱਜ ਜਾਣਾ। ਸਮਾਂ ਸਮਾਂ ਸਮਰੱਥ, ਜਿਨ੍ਹਾਂ ਦੇ ਅਸੀਂ ਸੰਗਤ ਕਰਦੇ ਹਾਂ, ਰਾੜਾ ਸਾਹਿਬ ਵਾਲੇ ਮਹਾਂਪੁਰਸ਼ ਸੰਤ ਬਾਬਾ ਕਸ਼ਮੀਰਾ ਸਿੰਘ ਜੀ ਲੌਰਾ ਸਾਹਿਬ ਵਾਲੇ ਮਹਾਂਪੁਰਸ਼, ਉਹਨਾਂ ਦੇ ਇਲਾਕੇ 'ਚ ਦੀਵਾਨ ਵੀ ਲਾਉਂਦੇ ਰਹੇ ਹਾਂ ਅਸੀਂ। ਭੇਵੇ ਬੌਲੀ ਸਾਹਿਬ ਦੀਵਾਨ ਲਾਉਂਦੇ ਰਹੇ। ਮਿਸਤਰੀ ਫਾਰਮ, ਛੱਜੂਪੁਰ, ਇੱਧਰ ਹਰਿਆਣੇ 'ਚ ਉਹ ਸਮੇਂ ਦੇ ਬੜੇ ਪਾਬੰਦ ਨੇ, ਕਿਉਂਕਿ ਸੰਤ ਬਾਬਾ ਈਸ਼ਰ ਸਿੰਘ ਮਹਾਰਾਜ ਸਮੇਂ ਦੇ ਬੜੇ ਪਾਬੰਦ ਰਹੇ। ਭਾਵੇਂ ਸੰਥਿਆ ਤਾਂ ਟਕਸਾਲ ਦੇ ਮਹਾਂਪੁਰਸ਼ਾਂ ਨੇ ਦਿੱਤੀ ਹੈ, ਸੰਤ ਗਿਆਨੀ ਕਰਨੈਲ ਸਿੰਘ ਜੀ ਪਟਿਆਲੇ ਵਾਲਿਆਂ ਨੇ ਬਾਣੀ ਦੀ ਸੰਥਿਆ। ਸੋ ਉਹਨਾਂ ਨੇ ਇਹੀ ਸਿਖਾਇਆ, ਸਮੇਂ ਦੇ ਦਾਇਰੇ 'ਚ ਰਹਿਣਾ ਹੈ ਤੇ ਸਮੇਂ ਅਨੁਸਾਰ ਵਿਚਾਰ ਰੱਖਣੀ ਕਥਾ। ਇਸ ਕਰਕੇ ਆਪਾਂ ਸਮੇਂ ਅਨੁਸਾਰ ਵਿਚਾਰਾਂ ਕੀਤੀਆਂ ਨੇ, ਬਾਣੀ ਦੀਆਂ, ਇਤਿਹਾਸ ਦੀਆਂ, ਆਪਣੇ ਸਮੇਂ 'ਚ ਰਹਿ ਕੇ ਕੀਤੀਆਂ ਨੇ। ਫਿਰ ਵੀ ਕਿਉਂਕਿ ਜੀਵ ਦਾ ਸੁਭਾਅ ਹੈ ਭੁੱਲਣਹਾਰ, ਕਿ ਮਾਣ ਨਹੀਂ, ਹੰਕਾਰ ਨਹੀਂ ਹੈ, ਵੀ ਗਲਤੀ ਨਹੀਂ ਹੈ, ਭੁੱਲ ਨਹੀਂ ਹੈ, ਫਿਰ ਵੀ ਭੁੱਲਣਹਾਰ। ਸੰਗਤ ਗੁਰੂ ਦਾ ਰੂਪ ਹੈ, ਬਖਸ਼ ਦੇਣਾ, ਸਤਿਗੁਰ ਬਖਸ਼ ਦੇਣ, ਅੱਗੇ ਤੋਂ ਸਮਰਥ ਬਖਸ਼ਿਸ਼ ਕਰਨ। ਸਤਿਗੁਰ ਦੇ ਅੱਗੇ ਹੀ ਅਰਦਾਸ, ਅਬ ਕੀ ਬਾਰ ਬਖਸ਼ ਬੰਦੇ ਕੋ, ਬਹੁਰ ਨ ਭਵਜਲ ਫੇਰਾ। ਮਾਤਾ ਕੁਲਵੰਤ ਕੌਰ ਜੀ ਨੂੰ ਆਪਣੇ ਚਰਨਾਂ 'ਚ ਥਾਂ ਦੇਣ, ਆਵਾਗੁਣ ਦੇ ਚੱਕਰਾਂ ਤੋਂ ਰਹਿਤ ਕਰਨ। ਜਿਸ ਮਕਸਦ ਵਾਸਤੇ ਆਪਾਂ ਸਾਰੇ ਇਕੱਤਰ ਹੋਏ ਆ ਨਾ, ਉਹ ਸੋਹਿਲਾ ਸਾਹਿਬ ਵਾਸਤੇ ਮਹਾਰਾਜ ਨੇ ਸੋਹਿਲਾ ਸਾਹਿਬ ਬਾਣੀ ਵਿੱਚ ਲਿਖਿਆ, ਸੰਬਤ ਸਾਹਾ ਲਿਖਿਆ, ਮਿਲ ਕਰ ਪਾਵੋ ਤੇਲ ਦੇਹੋ ਸੱਜਣ, ਅਸੀਸੜੀਆਂ ਜਿਉ ਹੋਵੇ। ਇਹ ਅਰਦਾਸ ਕਰਕੇ ਜਾਣੀ ਹੈ ਸਾਰਿਆਂ ਨੇ, ਕਿ ਮਹਾਰਾਜ ਭਲਾ ਕਰੇ, ਚਰਨਾਂ 'ਚ ਥਾਂ ਬਖਸ਼ੇ। ਆਓ, ਸੰਗਤ ਦੀ ਬੇਨਤੀ ਪ੍ਰਵਾਨ ਹੁੰਦੀ ਹੈ, ਵਿੱਚ ਸੰਗਤ ਹਰ ਪ੍ਰਵਸ ਹੈ ਜੀ। ਸਿਰਫ 1-2 ਮਿੰਟ ਦਾ ਸਿਮਰਨ ਉਹਨਾਂ ਦੇ ਨਿਮਿਤ। ਮਾਤਾ ਜੀ ਇੰਨੇ ਨੇਕ, ਇੰਨੇ ਚੰਗੇ ਸੁਭਾਅ ਦੇ ਸੀ। ਸੋ ਸਾਧ ਸੰਗੀ, ਵੈਸੇ ਤਾਂ ਉਹਨਾਂ ਦਾ ਸਾਰਾ ਪਰਿਵਾਰ ਹੀ, ਜਿਵੇਂ ਦੇ ਕਹਿੰਦੇ ਨੇ ਵੱਡੇ ਹੁੰਦੇ ਨੇ ਉਹਨਾਂ ਦਾ ਪਰਿਵਾਰ, ਉਹਨਾਂ ਦੇ ਪੁੱਤਰ ਵੀ ਉਹਨਾਂ ਨਾਲੋਂ ਵੀ ਬੜੇ ਧੀਰਜਤਾ ਵਾਲੇ, ਦੋਵੇਂ ਪੁੱਤਰ ਹੀ। ਬਾਬਾ ਸਤਨਾਮ ਸਿੰਘ ਦਾ ਪਰਿਵਾਰ, ਬਾਬਾ ਭਾਈ ਅਰਵਿੰਦਰ ਸਿੰਘ ਜੀ, ਭਾਈ ਤਰਨਜੀਤ ਸਿੰਘ ਜੀ, ਉਹਨਾਂ ਦੀਆਂ ਨੂੰਹਾਂ, ਧੀਆਂ, ਨੂੰਹਾਂ, ਉਹ ਵੀ ਬੜੀਆਂ ਸਾਧ ਸੰਗੀ ਆਗਿਆਕਾਰੀ। ਆ 3 ਦਿਨ ਪਾਠੀ ਸਿੰਘਾਂ ਦੀ, ਗੁਰੂ ਦੇ ਪਿਆਰਿਆਂ ਦੀ ਬੜੀ ਸੇਵਾ ਪਰਿਵਾਰ ਨੇ ਕੀਤੀ। ਐਵੇਂ ਦੀ ਸੇਵਾ ਤੇ ਕਿਤੇ ਕਿਤੇ ਸਾਧ ਸੰਗੀ ਹੁੰਦੀ। ਵੈਸੇ ਕੋਈ ਵਡਿਆਉਣ ਵਾਲੀ ਗੱਲ ਨਹੀਂ, ਅਸੀਂ ਜਥੇ 'ਚ ਰਹਿੰਦੇ ਰਹੇ ਹਾਂ ਮਹਾਂਪੁਰਸ਼ਾਂ ਦੇ, ਪਰ ਗੁਰੂ ਸਿੱਖ ਪਰਿਵਾਰ ਵਿਰਲੇ ਵਿਰਲੇ ਜਿਹੜੇ ਸੇਵਾ ਕਰਦੇ ਪਾਠੀ ਸਿੰਘਾਂ ਦੀ ਭਾਵਨਾ ਸਹਿਤ, ਨਹੀਂ ਤਾਂ ਗਲਤੀਆਂ ਕੱਢਣ ਵਾਲੇ ਬਹੁਤੇ ਹੁੰਦੇ ਨੇ। ਤੇ ਇਹਨਾਂ ਨੇ, ਪਰਿਵਾਰ ਨੇ ਬਹੁਤ ਸਾਧ ਸੰਗੀ ਸ਼ਰਧਾ ਨਾਲ ਸੇਵਾ ਕੀਤੀ। ਗੁਰੂ ਕਿਰਪਾ ਕਰੇ, ਮਹਾਰਾਜ ਸੇਵਾ ਇਹਨਾਂ ਦੀ ਪ੍ਰਵਾਨ ਕਰਨ। ਆਓ ਸਿਮਰਨ, ਫਿਰ ਆਨੰਦ ਸਾਹਿਬ ਦਾ ਪਾਠ। ਵਾਹਿਗੁਰੂ ਵਾਹਿਗੁਰੂ ਵਾਹਿ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ।